आकली पढ़ै कै बूझिए, आकली कीचै दान, आकली पढ़ कै बूझिए, आकली कीचै दान। नानक आखै राहो एहो, होरे गल्ला शैतान। आ शब्द असी पिछली शब्द चौंकी च चलदा रखिया सी और ਇਹਦਾ पूरा ਗਿਆਨ पढ़ के असी लै ਰਿਹਾ ਸੀ। ਹੁਣ ਬੁੱਝਣਾ ਇਸ ਸ਼ਬਦ ਨੂੰ। ਪੰਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 1245 1 2 4 5 ਔਰ ਅਸੀਂ ਹਾਈਲਾਈਟ ਜਿਹੜੀ ਕੀਤੀ ਤੁਹਾਡੇ ਹੱਥਾਂ 'ਚ ਸ਼ਬਦ ਹੈ। ਸ਼ਬਦ ਨੂੰ ਜ਼ਮੀਨ 'ਤੇ ਨਹੀਂ ਰੱਖਣਾ, ਇਹਦਾ ਐਡਾ ਸਤਿਕਾਰ ਕਰੋ। ਇਹ ਸ਼ਬਦ ਕਿਸੇ ਯੁੱਗ 'ਚ ਨਹੀਂ ਆਏ। ਸਤਿਯੁਗ, ਤ੍ਰੈਤਾ, ਦੁਆਪਰ ਦਾ ਗਿਆਨ, ਸ਼ਾਸਤਰ, ਵੇਦ ਜੋ ਮਰਜ਼ੀ ਜਿੰਨੇ ਮਰਜ਼ੀ ਪੜ੍ਹ ਲਓ, ਪਰ ਸ਼ਬਦ ਨਹੀਂ ਲੱਭੇਗਾ ਉਹਨਾਂ 'ਚ। ਸ਼ਬਦ ਆਏ ਤੇ ਕਲਯੁਗ 'ਚ ਆਏ, ਸ਼ਬਦ ਆਏ ਪੰਜਾਬ ਦੀ ਧਰਤੀ 'ਤੇ ਆਏ, ਸ਼ਬਦ ਆਏ ਤੇ ਗੁਰਮੁਖੀ ਲਿਪੀ 'ਚ ਆਏ। ਸ਼ਬਦ ਦਸਾਂ ਗੁਰੂਆਂ ਨੂੰ ਜਾਂ ਭਗਤਾਂ ਨੂੰ ਆਏ ਤੇ ਜਾਂ ਫਿਰ ਉਹ ਯੁੱਗ ਪੁਰਸ਼ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸ਼ਬਦ ਆਏ, ਜਿਹੜੇ ਸੁੰਦਰ ਗੁਟਕੇ 'ਚ ਅਸੀਂ ਘੱਟ ਪੜ੍ਹਦੇ ਹਾਂ। ਰੇਮਨ ਐਸੋ ਕਰ ਸੰਨਿਆਸਾ ਬੰਸੇ ਸਦਨ ਸਭੇ, ਉਹ ਐਨ ਬਾਣੀ ਨਾਲ ਟੈਲੀ ਕਰਦੇ ਉਹਨਾਂ ਦੇ ਸ਼ਬਦ, ਉਹ ਪੜ੍ਹਿਆ ਕਰੋ ਦਸਮ ਪਾਤਸ਼ਾਹ ਨੂੰ। ਇਸ ਕਰਕੇ ਸ਼ਬਦ ਆਏ, ਜਿਹੜਾ ਸ਼ਬਦ ਹੈ ਦੁਨੀਆ ਦਾ ਸਭ ਤੋਂ ਵੱਡਾ ਗਿਆਨ, ਦੀ ਲੇਟੈਸਟ, ਦੀ ਗ੍ਰੇਟੈਸਟ ਐਂਡ ਕੰਪਲੀਟ ਬ੍ਰਹਮ ਗਿਆਨ ਹੈ। ਇੱਥੋਂ ਬਾਅਦ ਗਿਆਨ ਦੀ ਲੋੜ ਨਹੀਂ ਆ ਹੋਰ ਕਿਸੇ ਯੁੱਗ 'ਚ। ਇਹੋ ਹੀ ਚੱਲੂ ਗਿਆਨ ਸਾਰਾ, ਔਰ ਸਾਰੀ ਦੁਨੀਆ ਇਸ ਗਿਆਨ ਨਾਲ ਆਏਗੀ। ਔਰ ਗਿਆਨ ਦਾ ਧੁਰਾ ਕੀ ਹੈ? ਭਾਈ ਗੁਰੂ ਗੁਰੂ ਜਪੀ ਚੱਲੋ ਮੂੰਹ ਦੇ ਨਾਲ। ਔਰ ਇਸ ਗਿਆਨ 'ਚ ਫਿਊਚਰ ਟੈਂਸ 'ਚ ਲਿਖਿਆ, ਗੁਰੂ ਗੁਰੂ ਸਭ ਜਗਤ ਬੋਲੇ, घुर के ना लिया सबे छुट के गया है। गुरु गुरु सब जगत बोले, घुर के ना लिया सबे छुट के गया। ये साझा ज्ञान सारी दुनिया नू। इस ज्ञान ना दुनिया गां फ्यूचर टेंस च बाणी लिख रही गुरु रामदास साहब ने कि कभी जमाना आएगा सारा गुरु गुरु जप लगे, और गुर के नाय लिया सबे छुट गया। पर बाबा नानक ने राह ऐसा चलाया, ऐसा रेवोल्यूशनरी ज्ञान है सारा। ਜਿਹੜੀਆਂ हिंदू और मुसलमान आ दो कौमां पढ़ी जा रही सी सारिया चीज़ों ਨੂੰ, लेकिन कभी समझण ਦੀ ਲੋੜ नहीं समझी। ਸਾਡੇ भी ਇਹ ਜਿਹੜੇ ਧਨੰਤਰਾਂ ਨੇ, ਜਿਹੜੇ ਸਾਡੇ ਹੈਡ ਨੇ, ਮਾੜੇ नहीं नाम जपण वाले आ सब आ, पर इसे गल तो तिलके है। वो कहते जी गुरबाणी च पारस रसायन कला है, भी गाणी दे पाठ करो, इहदे च भी पारस कला है, रसायनी है, कला वरत जाओ। असी कहने भोलिओ ते नाम च किहड़ी कला होई? फिर जे बाणी पढ़ना ही सारा कुछ हो जाना है तो नाम काहदे लई लिखिआ इन्ना हर सतर? बाणी च ज्ञान कला है, ये ज्ञान दिंदी है। जैसी में आवे खसम की बाणी तैसड़ा करी, ये ज्ञान है सानू कीता। पर पारस कला परमेश्वर दे नाम च है। नाम जपांगे तो साडे अंदर कला वरतणगियां। बाणी नूं असी पढ़ना किदां? मेजरिंग स्टिक लई समझ दिता भी तू जे बाणी पढ़नी भी है जी सदके पढ़, पर अकली पढ़ के भूजिए, अकली पढ़ के भूजिए, अकली कीचै दान। और यो राह है। बाकी जेड़े राह तू पिया, पंज करारे तेथों काम क्रोध लोभ मोह हंकार। नानक आखे राहो के हो
ਮਹੱਲਾ ਸ਼ੈਤਾਨ। ਸ਼ਲੋਕ ਮਹੱਲਾ ਪਹਿਲਾ। ਤ੍ਰਿਗ ਤ੍ਰਿਗ ਤੇਰਾ ਕਾ ਜੀਵਿਆ, ਜੇ ਲੇਖ ਲੇਖੇ ਵਿੱਚ ਨਾ। 100 ਵਾਰੀ ਫਿੱਟੇ ਮੂੰਹ ਜਿਹੜਾ ਆਪਣੀ ਸਾਰੀ ਜ਼ਿੰਦਗੀ ਦਾ ਗੁਜ਼ਾਰਾ ਇਸ ਚੀਜ਼ ਤੇ ਕਰ ਰਿਹਾ ਹੈ। ਬਾਬੇ ਦਾ ਹੁਕਮ ਹੈ ਘਾਲ ਖਾਏ ਕਿਛ ਹੱਥਾਂ ਦੇ, ਨਾਨਕ ਰਾਹ ਪਛਾਣੇ ਸੇ। ਐਡੇ ਐਡੇ ਟੋਲੇ ਤੁਰੇ ਹੈ ਜਿਹੜਾ ਹੱਥੀਂ ਕੰਮ ਕਰਕੇ ਰਾਜੀ ਨਹੀਂ ਹੈ। ਐਨੀ ਬਾਣੀ ਵਿਕ ਰਹੀ ਹੈ, ਉਹਨਾਂ ਦੀਆਂ 7-7 ਮੰਜ਼ਿਲਾਂ ਕੋਠੀਆਂ ਬਣ ਰਹੀਆਂ ਹੈ। ਜੋ ਬਾਣੀ ਹੈ ਉਹ ਆਪਣੀ ਕਿਰਤ ਕਰਕੇ ਮੁਫਤ ਵੀ ਵੰਡ ਸਕਦੇ ਸੰਗਤ 'ਚ। ਜਾਓ ਕਦੀ ਬਾਈਬਲ ਵਿਕਿਆ ਹੈ? ਸਾਰੀ ਦੁਨੀਆ 'ਚ ਮਜ਼ਹਬ ਨਾਲੋਂ ਵੱਡਾ ਮਜ਼ਹਬ ਕਿਸੇ ਹੋਟਲ 'ਚ ਠਹਿਰੋ, ਅਸੀਂ ਫਲਾਈਟਾਂ ਲੈਂਦੇ, ਦੇਸਾਂ ਵਿਦੇਸਾਂ 'ਚ ਜਾਂਦੇ ਹਾਂ, ਕੋਈ ਜਾ ਕੇ ਜਿਸ ਕਮਰੇ 'ਚੋਂ ਦਰਾਜ਼ ਖੋਲ੍ਹੀ ਦੀ ਹੈ ਵਿੱਚ ਬਾਈਬਲ ਪਿਆ। ਸਾਡੇ ਕੋਲ ਮੁਫਤ ਬਾਣੀ ਵੰਡਣ ਨੂੰ ਤਿਆਰ ਨਹੀਂ ਹੈ। ਕੋਈ ਗਾ ਕੇ ਰਾਗੀ ਫੀਸ ਲੈਣ ਤੋਂ ਬਗੈਰ ਜਾਂਦਾ ਨਹੀਂ ਹੈ ਕਿਤੇ। ਜੇ ਅਗਲੇ ਕਹਿੰਦਾ ਜੀ ਮੇਰੀ ਬੀਬੀ ਕਿ ਸਿੱਧੀ ਜੀ ਅੱਜ ਮੇਰਾ ਆਜ ਹੀ ਕਰਦਾ, ਤੁਸੀਂ ਅੱਜ ਸਟੇਜ 'ਤੇ ਹੀ ਸ਼ਬਦ ਪੜ੍ਹਿਓ ਜ਼ਰੂਰ। ਕਹਿੰਦੀ ਬੀਬੀ ਇਹਦਾ 25,000 ਲਾਂਗੇ ਇਸ ਸ਼ਬਦ ਦਾ। ਅਸੀਂ ਨਹੀਂ ਪੜ੍ਹ ਸਕਦੇ। ਜੇ ਪੜ੍ਹਾਉਣਾ ਮੈਥੋਂ ਤਾਂ ਮੇਰੀ 25,000 ਦੀ ਫੀਸ ਪਹਿਲਾਂ ਤਿਆਰ ਰੱਖੋ। ਆਹ ਕਲਯੁਗ ਵਰਤ ਰਿਹਾ। ਔਰ ਦਾਨ ਦੇਣ ਵਾਲੇ ਕੌਣ ਹੈ? ਜਿਹੜਾ ਜਥਾ ਦੋ ਹੀ ਤਾਂ ਟੋਟੇ ਹੈ, ਇੱਕ ਦਾਨ ਖਾਣ ਵਾਲੇ, ਇੱਕ ਦਾਨ ਦੇਣ ਵਾਲੇ। ਸੰਗਤਾਂ ਉਦਮ ਕਰਨਗੀਆਂ ਪਿਆਰ ਨਾ, ਪਰ ਕਿਸੇ ਨੇ ਟੇਕਣਾ ਨਹੀਂ। ਬਾਬਾ ਨਾਨਕ ਨਹੀਂ ਅਲਾਉ ਕਰਦਾ। ਮਹਾਰਾਜ ਕਹਿੰਦੇ ਆ ਵੇਚੋ ਨਾ ਬਾਣੀ, ਨਾ ਗਾ ਕੇ, ਨਾ ਕਿਸੇ ਇਹ ਮੁਫਤ ਕੰਮ। ਅਸੀਂ ਇੱਕੋ ਹੀ ਮਿਸਾਲ ਦਾਂਗੇ ਅੱਜ ਜੋ ਹੁਣੇ ਜੇ ਵਰਤੀ ਹੈ। ਕੱਲ੍ਹ ਦੀਆਂ ਗੱਲਾਂ ਮਹਾਂਭਾਰਤ ਰਮਾਇਣ ਦੀਆਂ ਕਹਾਣੀਆਂ ਨੇ ਅਸੀਂ ਪਾਵਾਂਗੇ। ਜੋ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਮਹਾਰਾਜਾ ਰਣਜੀਤ ਸਿੰਘ ਵੇਲੇ ਹੈੱਡ ਗ੍ਰੰਥੀ, ਉਹਦਾ ਮਿੱਟੀ ਦਾ ਤਵਾ ਹੁੰਦਾ ਸੀ। ਪਹਿਲਾਂ ਲੋਹੇ ਦਾ ਤਵਾ ਵੀ ਮੁੱਲ ਲੈਣਾ ਪੈਂਦਾ ਸੀ, ਉਹਨੇ ਮਿੱਟੀ ਦਾ ਤਵਾ ਇੱਕ ਰੱਖਿਆ ਸੀ। 2 ਇੱਟਾਂ ਖੜੀਆਂ ਕਰਨੀਆਂ, ਉਹਦੇ ਥੱਲੇ ਅੱਗ ਬਾਲਣੀ, ਉਸ 'ਤੇ ਰੋਟੀ ਪਕਾ ਲੈਣੀ। ਇੰਨੀ ਗਰੀਬੀ। ਸਾਰਾ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਵੀ ਇਸ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਉਹਦਾ ਮਿੱਟੀ ਦਾ ਤਵਾ ਹੋਏ। ਸੱਚੀਆਂ ਗੱਲਾਂ ਹੋਣ ਦੀਆਂ। ਉਹਨਾਂ ਨੇ ਇਹੋ ਜਿਹੇ ਸਲੋਕ ਪੜ੍ਹੇ ਸੀ, ਬਾਣੀ ਸਟੱਡੀ ਕਰਦੇ ਸੀ, ਕਥਾ ਕਰਦਾ ਸੀ ਨਾਲ। ਮੰਜੀ ਸਾਹਿਬ ਬੈਠ ਕੇ ਮਿੱਟੀ ਦਾ ਤਵਾ ਮਹਾਰਾਜਾ ਰਣਜੀਤ ਸਿੰਘ ਮਿਲਣ ਗਿਆ। ਹਾਥੀ ਪਿੱਛੇ ਆ ਰਹੇ ਬਾਜ਼ਾਰ 'ਚ ਸਾਰੇ, ਉਹਦਾ ਉੱਤੇ ਸਾਰੇ ਚੁਬਾਰਾ ਸੀ ਸਾਰੇ। ਉਹ ਸਾਰੇ ਮੁੰਡੇ ਰੌਲੇ, ਸਾਰੇ ਸ਼ਹਿਰ 'ਚ ਰੌਲਾ ਪੈ ਗਿਆ। ਕਿਸੇ ਨੇ ਜਾ ਦੱਸਿਆ ਭਾਈ ਸਾਹਿਬ ਤੁਹਾਨੂੰ ਮਿਲਣ ਆ ਰਿਹਾ ਮਹਾਰਾਜਾ ਸਾਹਿਬ। ਅਤੇ ਮਹਾਰਾਜ ਨੇ ਕੁਛ ਥੈਲੀਆਂ ਰੱਖੀਆਂ ਸੀ ਆਪਣੇ ਮੋਹਰੇ। ਸਾਰਾ ਮਹਾਰਾਜ ਗਰੀਬੀ ਬੜੀ ਸੀ ਪਰ ਅਗਿਆਨਤਾ ਸੀ। ਬਾਣੀ ਉਹ 'ਤੇ ਇੱਕ ਅੱਖਰ ਨਹੀਂ ਸੀ ਪੜ੍ਹਿਆ। ਅਨਪੜ੍ਹ ਰਾਜਾ ਪਹਿਲਾ ਹੋਇਆ ਦੁਨੀਆ ਦਾ ਜਿਹਨੇ 50 ਸਾਲ ਪੰਜਾਬ 'ਤੇ ਰਾਜ ਕੀਤਾ। ਔਰ ਉਹ ਐਡੀਆਂ ਉਹਦੀਆਂ ਜਿਹੜੀਆਂ ਚੰਗੀਆਂ ਗੱਲਾਂ ਸੀ ਤੁਹਾਨੂੰ ਉਹ ਦੱਸ ਰਿਹਾ ਲੈ ਕੇ ਵੀ ਉਹ ਮੇਰਾ ਹੈੱਡ ਗ੍ਰੰਥੀ ਹੋਵੇ। ਉਹ ਜਿਸ ਵੇਲੇ ਉਹਨੇ ਸ਼ੋਰ ਸ਼ਰਾਬਾ ਸੁਣਿਆ, ਉਹਨੇ ਆਪਣਾ ਪੌੜੀਆਂ ਵਾਲਾ ਜਿਹੜਾ ਉਹਦੇ ਚੁਆਰੇ 'ਤੇ ਚੜ੍ਹਦਾ ਸੀ ਉਹ ਵੀ ਕੁੰਡਾ ਲਾ ਲਿਆ, ਅਤੇ ਉੱਤੋਂ ਉਹ ਵੀ ਕੁੰਡਾ ਲਾ ਕੇ ਵੀ ਮੈਨੂੰ ਆਵਾਜ਼ ਹੀ ਨਾ ਸੁਣੇ। ਮਹਾਰਾਜਾ ਥੱਲੇ ਹਾਥੀ 'ਤੇ ਖੜਾ ਉਤਰਿਆ, ਸਾਰਾ ਗਿਆ ਆਪ ਦੱਸਦਾ ਵੀ ਆਪ ਮੈਂ ਉਹਨਾਂ ਦੇ ਦਰਸ਼ਨ ਕਰਨੇ। ਖੜਕਾਇਆ, ਬੂਹਾ ਖੋਲ੍ਹਿਆ ਨਹੀਂ। ਉੱਤੋਂ ਬੂਹਾ ਖੋਲ੍ਹ ਕੇ ਕਹਿੰਦਾ ਮਹਾਰਾਜਾ ਕਿਰਪਾ ਕਰਕੇ ਚਲੇ ਜਾ ਦੂਰ, ਮੈਂ ਨਹੀਂ ਤੈਨੂੰ ਮਿਲਣਾ। ਕਹਿੰਦੇ ਕਿਉਂ? ਕਹਿੰਦੇ ਜਿੱਥੇ ਤੂੰ ਆ ਗਿਆ ਉੱਥੇ ਉਹ ਚਲੇ ਜਾਣਾ ਅੰਦਰੋਂ। ਤੇਰੇ ਦਰਸ਼ਨ ਜੇ ਹੋ ਗਏ ਮੈਂ ਨਹੀਂ, ਮੈਨੂੰ ਮਾਇਆ ਪਊਗੀ, ਮੈਂ ਇਸ ਤਰ੍ਹਾਂ ਹੀ ਰਹਿਣਾ। ਆ ਅਸੀਂ ਫਾਈਨੈਂਸ਼ੀਅਲ ਪੋਜੀਸ਼ਨ ਹੁਣੇ ਜੇ ਸਾਰਿਆਂ ਦੀ। ਪਿਛਲੀ ਅਸੀਂ ਸਭ ਚੌਂਕੀਆਂ ਸੀ। ਨਵਾਬ ਕਪੂਰ ਸਿੰਘ ਦਾ ਜੀਵਨ ਦੱਸਿਆ ਸੀ, ਜਿਹਨੂੰ ਨਵਾਬੀ ਮਿਲੀ ਸੀ। ਔਰ ਉਹਨੇ ਘੋੜੇ ਦਾ ਲਿੱਦਾਂ ਸੁੱਟਣੀਆਂ ਨਹੀਂ ਬੰਦ ਕੀਤੀਆਂ ਕਲਗੀ ਲਾਏ ਬਗੈਰ ਵੀ। ਇਸ ਕਰਕੇ ਹੁਣੇ ਦਾ ਇਤਿਹਾਸ ਹੈ, ਕੌਮ ਨੂੰ ਜਗਾ ਰਹੇ ਹਾਂ ਵੀ ਇੰਨੀਆਂ ਲੜਾਈਆਂ ਸਾਰੀਆਂ ਕਿਉਂ ਹੈ? ਕਿਉਂਕਿ ਅਸੀਂ ਬਾਣੀ ਵੀ ਵਿਕ ਰਹੀ, ਸਭ ਕੁਛ ਵਿਕ ਰਿਹਾ, ਸਾਰਾ ਕੁਛ। ਅਤੇ ਬਾਬਾ ਨਾਨਕ ਕਹਿੰਦਾ ਤ੍ਰਿਗ ਤੇ ਨਾ ਗਾ ਜੀਵੇ,
जे लिख लिख विच नाम। ये मुसलमान करते सी, तबीत बना के आ दे देना बीबियां नूं। हाली तक मैं सारे फकीर मुसलमान स्टडी किए, सारे तवीज़ देंदे ने और फिर उसदा मुੱਲ लेंदे है। ਜਿਹੜੇ ਚਰਚਾਂ 'ਚ ਗੁਰਦੁਆਰੇ बने सिखां नाल उस मुल्कां 'ਚ जाके ਉਹਦੇ बाहर हाली तक सिल्लां लगीਆਂ चर्चां ਦੀਆਂ, उत्ते लिखिया जे इन्ना दान दे दोगे ਤੁਹਾਡੇ ਇੰਨੇ गुनाह माफ़ हो जाणगे, जे इन्ना चर्च ਨੂੰ पैसा दे दोगे डोनेशन ਤੁਹਾਡੇ ਇੰਨੇ गुनाह मुआफ। आहो हाल ਸਾਡੇ पाठां ਦਾ ਚੱਲ ਰਿਹਾ, अखंड पाठां ਦਾ कीते किताए पाठ मिलते हैं और कोई सिख कौम समझती नहीं है भी सारी बाणी च किते कढ़ के दस दो किथे लिखिया खंड पाठ करना, किथे लिखिया भी इनू पढ़ी चलो और पढ़ी चलो पाठ कोतर 100 सारे, फिर मुँह बन बन और फिर कई ग्रंथ, कई नाल तूफीए, कई उन्होंने जगाउण वाले रात नूं, कई पूरी पूरी ब्रिगेड का ब्रिगेड ढिड भर रहा इस नाल खंड पाठ जी चल रहा खंड पाठ। वो भाई किते लिखिया भी है, असीं कहने करो मुबारक है, और बाबे तू डरो गुरु नानक खुश नहीं है जिसका तुसीं नाम लेंदे हो गुरु नानक धन गुरु नानक। वो पाठां ते खुश नहीं है और बाणी बेचण ते खुश नहीं है। फ्री काम करो सारे, नाल किरत करो जिन्ना भी हो सकता। त्रिग तेना का जीविया जे लिख लिख विच नाम दे ऊड़े नूं औंकड़ दे गए, रब दे नाम जो बेचदी है। त्रिग तेना का जीविया जे लिख लिख विच नाम। वो इन्नी बेचदे, इन्नियां पुस्तकां आ माड़ा चीज़ नहीं है। गुरबाणी दियां पुस्तकां, कीर्तन, अमृत जिन्ने भी है सारे बने, पर एक सील तेरे अगली लाइन तो डरो। खेती जिन की उजड़े खलवाड़े क्या थां। खलवाड़ा हुंदा जदों मक्की के टांडे वंड लेने ने, ज्वार सारी उहदियां छलियां छुलियां ला के ਉਹਦੇ ਤੇ ਅਸੀਂ दाने सब कढ़ के वो ਜਿਹੜੇ बाकी खस्सी टांडे हो जाते हैं ना खाली छलियां तो उन्हों का एक जगह बना के वो सारे बूझिया दे नाल वो सारे एक थां इकट्ठे करते हैं और फिर वह थां लभदे हैं यार खलवाड़ा भी किते लाउणा। वो फिर उन्नी पैली वाहणों छड्ड दिंदे आ खलवाड़े दे विच सारे। वो कहंदी जिहड़ी खेती उजड़ी है अंदरों तो उजड़ी है तो खलवाड़े लिए थां लभदा फिरदा भी। मैं देखा बाबे नानक का ज्ञान ध्यान ना देखो पिंडां वाले समझणगे इहनूं। मारे कहंदे खेती जिनकी उजड़ै अंदर ते बेच बेच के सारा ज्ञान या सारी आ कीर्तन बेचना। आ कीर्तन दरबार की है, नंगा हौमे का नाच है। संगत नूं अन्ना किया जा रहा। बाणी तुसीं गाओ लेकिन नाल समझाओगी और यदि फीस ना लाओ मुफ्त नहीं काम कर सकते। लै मुफ्त मर ना जान, किसी दे आनंद कारज नहीं मुफ्त गरीब लड़की दे कर सकते। इस करके असीं हौली हौली बाबे की बाणी जो आसा दी वार रोज़ पढ़ते हैं वो रात संगत नूं जागर करांगे। संगत टुक किसी नूं ना काम हो जे हो गया है सारिਆਂ ਨੂੰ ज्ञान दिओ भाई। देख आ बाबा की कहंदा आ ज्ञान दिया करो भी पढ़ी जाते हो पढ़ी जाते हो। अकली पढ़ के भूजी है अकली कीचे धान। इत्थों शुरू करते हैं बेचण बाणी बेचण वाले नूं। त्रिग तिना का जीविया ए त्रिग तिना का जीविया जे लिख लिख विच नाम। अगली हुण क्रिस्टल लाइक क्लियर तो कहन चमकेगी। खेती जिनकी उजड़ै खलवाड़े क्या था। आगे कहते सच्चा है, सच्चा जो अकाल पुरख है
ਉਹਦੇ ਉਦਮ ਤੋਂ ਬਗੈਰ ਤੁਸੀਂ ਆ ਪੈਸੇ ਇਕੱਠਿਆਂ ਵਾਲਾ ਉਦਮ ਕਰੀ ਜਾਂਦੇ, ਕਿਤਾਬਾਂ ਵੇਚੀ ਜਾਂਦੇ, ਗੁਰੂ ਨੂੰ ਵੇਚੀ ਜਾਂਦੇ ਹੋ। ਸ਼ਰਮ ਕਹਿੰਦੇ ਆ ਉਦਮ ਨੂੰ, ਹਾਰਡ ਲੇਬਰ ਨੂੰ। ਅਤੇ ਸਾਡੇ ਜਿਹੜਾ ਇੰਡੀਆ ਦਾ ਲੇਬਰ ਮਿਨਿਸਟਰ ਹੋਏ ਨਾ, ਉਹਨੂੰ ਸ਼ਰਮ ਮੰਤਰੀ ਕਹਿੰਦੇ। ਉਹ ਕਹਿੰਦੇ ਤੁਸੀਂ ਚੱਜ ਦੇ ਸ਼ਰਮ ਮੰਤਰੀ ਬਣੋ, ਲੇਬਰ ਕਰੋ। ਪਰ ਕਹਿੰਦਾ ਸੱਚੇ ਦੀ ਲੇਬਰ ਕਰੋ। ਸੱਚਾ ਹੈ, ਸ਼ਰਮ ਹੈ ਬਾਹਰ। ਉਹਨਾਂ ਨੂੰ ਰੱਬ ਦਾ ਕੋਈ ਖੌਫ ਨਹੀਂ, ਕੋਈ ਉਹਨਾਂ ਨਾਲ ਰੱਬ ਵੱਲ ਘਾਲਣਾ ਨਹੀਂ ਹੈ, ਉਹਨਾਂ ਨੂੰ ਚੇਤੇ ਨਹੀਂ ਹੈ। ਅੱਗੇ ਲਹੇ ਨਾ ਦਾਦ। ਦਾਦ ਉਰਦੂ ਦਾ ਲਫ਼ਜ਼ ਹੈ। ਕਹਿੰਦੀ ਹੈ ਜਾ ਭਾਸ਼ਾ ਕਿ ਚਲੀ ਜਾ ਤੂੰ, ਤੇਰੀ ਦਾਦ ਫਰਿਆਦ ਕਿਸੇ ਨਾਲ ਨਹੀਂ ਸੁਣਨੀ। ਆਹ ਦਾਦ ਲਫ਼ਜ਼ ਪਰ ਤੇਰੀ ਅੱਗੇ ਅਗਲੀ ਦਰਗਾਹ 'ਚ ਤੂੰ ਚਿਲਕੇਂਗਾ, ਰੋਏਂਗਾ, ਮੇਰੀ ਫਰਿਆਦ। ਕਹਿੰਦੇ ਨਹੀਂ, ਤੇਰੀ ਅੱਗੇ ਦਾਦ ਨਹੀਂ ਸੁਣਨੀ, ਕਿਉਂ ਤੂੰ ਪਾਣੀ ਵੇਚਦਾ ਰਿਹਾ, ਕੀਰਤਨ ਵੇਚਦਾ ਰਿਹਾ। ਅੱਗੇ ਲਹੇ ਨਾ ਦਾਦ। ਦਾਦ ਕਹਿੰਦੇ ਫਰਿਆਦ ਤੇਰੀ ਕਿਸੇ ਨੇ ਨਹੀਂ ਸੁਣਨੀ। ਆ ਇੱਕ ਹੀਰੇ ਮੋਤੀ ਆ ਬਾਬੇ ਨਾਨਕ ਦੇ ਬਚਨ, ਉਹਨਾਂ ਦਾ ਗੁਰਪੁਰਬ ਮਨਾ ਲੈਣਾ, ਪਟਾਕੇ ਚਲਾ ਲੈਣੇ, ਮਾਰ ਛੁਰਛੁਰੀਆਂ, ਸਾਰਾ ਕੁਛ ਇਹ ਠੀਕ ਹੈ। ਦੈਟ ਇਹ ਚਾਈਲਡਿਸ਼ ਚੀਜ਼ ਹੈ। ਇਹ ਲੋਕ ਨੇ ਰਾਮ ਖਿਲਾਉਣਾ ਹੈ ਬੱਚਿਆਂ, ਠੀਕ ਆ ਪੜ੍ਹਨਾ, ਪਰ ਬੱਚਿਆਂ ਨੂੰ ਆ ਵੀ ਗਿਆਨ ਦਿਓ ਵੀ ਬਾਬਾ ਕੀ ਕਹਿ ਰਿਹਾ, ਉਹਦਾ ਗੁਰਪੁਰਬ ਮਨਾਉਣਾ, ਉਹਦੇ ਸ਼ਬਦ ਵਾਚਕ ਕੀ ਰਹਿ। ਸੱਚੇ ਸ਼ਰਮੇ ਬਾਹਰੇ ਅੱਗੇ ਲਹੇ ਨਾ ਦਾਦੇ। ਅਕਲੇ ਨਾ ਆਖੀਏ। ਹੋਰ ਦਾਦ ਕੀ ਹੈ? ਬੜੀਆਂ ਬੜੀਆਂ ਬਹਿਸਾਂ ਕਰਦੇ ਸੀ ਬ੍ਰਾਹਮਣ। ਪੜ ਪੜ ਗੱਡੀ ਲੱਦੀਏ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈਏ, ਪੜ ਪੜ ਦੇਖੋ ਆਸਾ ਦੀ ਵਾਰ ਪੜ੍ਹੀ ਜਾਂਦੇ। ਉਹ ਨਾਨਕ ਲੇਖੇ, ਉਹ ਕਦੀ ਨਹੀਂ ਲਿਖੇ ਦੇ ਨਾ ਸਮਝਾਉਣੀ। ਉਹ ਬਹਿਸਾਂ ਕਰਨ ਜਾਂਦੇ ਸੀ, ਇਸ ਕਰਕੇ ਉਹਨੂੰ ਬਾਦ ਲਿਖਿਆ। ਕਹਿੰਦੇ ਅਕਲ ਤੂੰ ਗੁਆਰੀ ਸਾਰੀ ਬਾਦ ਬਬਾਦ, ਕਦੀ ਗੁਰਸਿੱਖ ਅਭਿਆਸੀ ਕਿਸੇ ਨਾਲ ਬਹਿਸ ਨਾ ਕਰੇ। ਜੇ ਬਾਣੀ ਦਾ ਆ ਗਿਆ ਹੈ ਤੇ ਇਹਨੂੰ ਹਜ਼ਮ ਕਰੇ ਇਸ ਗਿਆਨ ਨੂੰ, ਕਿਉਂਕਿ ਤੇਰੀ ਆਪਣੀ ਬੇਸਵਾਦੀ ਹੋ ਜਾਣੀ। ਉਹਨਾਂ ਦਾ ਲੈਵਲ ਹੋਰ ਹੈ ਹਾਲੀ ਸਾਰੀ ਸਿੱਖ ਕੌਮ ਦਾ। ਸਾਰੀ ਜਿੰਨੀ ਵੀ ਇਹ ਕੰਮ ਕਰ ਰਹੇ ਸਾਡੇ ਨਾਲੋਂ ਚੰਗੇ ਹੈ। ਅਸੀਂ ਤਾਂ ਬੁਰੇ ਬਣਨਾ ਸਭ ਨਾਲੋਂ, ਪਰ ਉਹ ਤੁਸੀਂ ਉਹਨਾਂ ਨਾਲ ਗੱਲ ਕਰੋਗੇ। ਸਾਡੇ ਅੰਗਰੇਜ਼ੀ 'ਚ ਇੱਕ ਮੁਹਾਵਰਾ ਆਉਂਦਾ, ਡੋਂਟ ਟਾਕ ਟੂ ਐਨ ਈਡੀਅਟ, ਸਮਡੇ ਹੀ ਵਿਲ ਬ੍ਰਿੰਗ ਡਾਊਨ ਟੂ ਯੂ ਟੂ ਹਿਜ਼ ਲੈਵਲ। ਉਹਦਾ ਪਹਿਲਾਂ ਲੈਵਲ ਸਮਝੋ ਵੀ ਉਸ ਗਿਆਨ ਦੇ ਮੁਤਾਬਕ ਉਹ ਸਾਰਾ, ਜੇ ਉਹ ਉਲਟੇ ਕੰਮ ਕਰ ਰਿਹਾ ਉਹਨੇ ਕਦੇ ਨਹੀਂ ਮੰਨਣਾ। ਇਸ ਕਰਕੇ ਉਹ ਜਿਹੜਾ ਕੰਮ ਹੈ ਉਹ ਬੇਸਵਾਦੀ ਤੇਰੀ ਹੋਏਗੀ, ਔਰ ਤੇਰਾ ਆਪਣਾ ਵੀ ਅਸਰ। ਉਹਨੂੰ ਬਾਦ ਬਬਾਦ ਕਹਿੰਦਾ। ਬਾਣੀ 'ਚ ਬਾਦ ਬਬਾਦ ਨਹੀਂ। ਗੁਰੂ ਨਾਨਕ ਸੁਨਹਿਰੀ ਤੁਕ ਦਿੰਦਾ ਹੈ ਸਾਡੇ ਲਈ, ਸਿੱਖਾਂ ਲਈ, ਵੀ ਖੋਜੀ ਉਪਜੈ ਬਾਦੀ ਬਿਨਸੈ। ਕਦੀ ਸਿੱਖ ਕਿਸੇ ਨਾਲ ਬਹਿਸ ਮੁਬਾਸਾ ਨਾ ਕਰੇ, ਬਲਕਿ ਉਸ ਬੰਦੇ ਨਾਲ ਵੀ ਆਪਣੇ ਆਪ ਨੂੰ ਨੀਵਾਂ ਸਮਝੇ ਔਰ ਚੁੱਪ ਰਹੇ। ਜਿਹੜਾ ਕੋਈ ਗਿਆਨ ਲੈਂਦਾ ਹੈ ਰੱਜ ਕੇ ਉਹਨੂੰ ਦਵੇ, ਲੇਕਿਨ ਮਹਾਰਾਜ ਕਹਿੰਦੇ ਖੋਜ ਨਾ ਤੇ ਤੇਰੇ ਅੰਦਰ ਉੱਗੂਗਾ ਰੱਬ, ਪਰ ਬਾਦ ਵਿਵਾਦ ਕਰੇਗਾ ਤੂੰ ਅੰਦਰੋਂ ਗਾਇਬ ਹੋ ਜਾਏਗਾ। ਖੋਜੀ ਉਪਜੈ ਬਾਦੀ ਬਿਨਸੈ। ਕਿ ਉਹ ਬਾਦ ਕੱਟਿਆ ਵੀ ਆ ਸਾਰੀ ਅਕਲ ਤੇ ਤੂੰ ਆਪਣੀ ਐਨਰਜੀ ਵੇਸਟ ਕਰ ਲੈਣਾ ਕਿਸੇ ਨੂੰ ਸਮਝਾਉਣ ਦੀ। ਤੂੰ ਉਹਨੂੰ ਕੀ ਸਮਝਾਉਣ ਡਿਆ? ਖੇਤੀ ਜਿਨ ਕੀ ਉਜੜੀ ਉਹ ਖਲਵਾੜੇ ਕੇ ਸੌਂ ਤੇ ਲੈ, ਇਹਨਾਂ ਨੂੰ ਨਾ ਸਮਝਾ। ਇਸ ਕਰਕੇ ਜੇ ਕੋਈ ਗਿਆਨ ਦਾ ਬੇਨ ਗਾਹਕ ਗੁਣ ਵੇਚੀਏ ਤਉ ਗੁਣ ਸਹਿਗ ਹੋ ਜਾਏ, ਗੁਣ ਕਾ ਗਾਹਕ ਜੇ ਮਿਲੇ ਤਉ ਗੁਣ ਲਾਖ ਵਿਖਾਏ। ਤੀਜੀ ਪੀੜ੍ਹੀ ਗੁਰੂ ਅਮਰਦਾਸ ਸਾਹਿਬ, ਜਿਹਨੇ ਸਭ ਤੋਂ ਜ਼ਿਆਦਾ ਸਿੱਖੀ ਵਧਾਈ। ਕਹਿੰਦਾ ਇਹ ਜਿਹੜਾ ਤੂੰ ਕੋ ਅਧਿਕਾਰੀ ਨੂੰ ਗਿਆਨ ਦੇ, ਜੋ ਇਸ ਚੀਜ਼ ਦਾ ਹੱਕਦਾਰ ਨਹੀਂ ਹੈ, ਤੇਰਾ ਐਵੇਂ ਗਿਆਨ ਰੁਲ ਜਾਏਗਾ। ਇਸ ਕਰਕੇ ਬੇਰਨ ਅਧਿਕਾਰੀ ਨੂੰ ਦੇਂਗਾ ਤੇਰਾ ਸਾਰਾ ਜ਼ੋਰ ਲੱਗ ਗਿਆ, ਪਰ ਉਹਦੇ ਪੱਲੇ ਕੁਛ ਨਹੀਂ ਕਹਿੰਦਾ। ਹੌਸਲਾ ਕਰ, ਕਦੀ ਕੋਈ ਗਾਹਕ ਆਏਗਾ, ਤੇਰਾ ਗਿਆਨ ਲੱਖਾਂ ਦੇ ਭਾਲ। ਆ ਗੁਰੂ ਨਾਨਕ ਨੂੰ ਐਡਾ ਗਿਆਨ ਦੇਣ ਲੱਗੇ ਨੂੰ ਕੋਈ ਘਰ ਨਹੀਂ ਸੀ ਬਾੜਦਾ। ਉਂਗਲੀਆਂ 'ਤੇ ਗਿਣਨ ਜੋਗੇ ਸਿੱਖ ਸੀ ਨਾਲ, ਜਿਹੜੇ ਪੋਥੀ ਲਿਖਦੇ ਹੁੰਦੇ ਸੀ, ਔਰ ਉਹਨੂੰ ਸਾਰਾ ਕੁਰਾਈਆ ਕਹਿ ਰਹੇ ਸੀ, ਕੋਈ ਕੁਛ ਕਹਿ ਰਹੇ ਸੀ। ਇਸ ਕਰਕੇ ਜੇ ਤੂੰ ਧਿਆਨ ਨਾਲ ਇਹ ਗਿਆਨ ਵੰਡ, ਜਿਹੜਾ ਅਧਿਕਾਰੀ ਹੈ ਔਰ ਸਬਰ ਕਰ, ਤੇਰੀ ਗੱਲ ਕਦੀ ਉਹ ਵੀ ਆ ਜਾਣਗੇ ਮੁੱਲ ਪਾਉਣ ਵਾਲੇ। ਬਿਨ ਗਾਹਕ ਗੁਣ ਵੇਚੀ ਗਏ ਤਉ ਗੁਣ ਸਸਤਾ।
ਜੇ ਡਿਕਸ਼ਨਰੀ ਮੀਨਿੰਗ ਨਾ ਲਾਂਗੇ ਬਾਣੀ ਦਾ ਰਹੱਸ ਨਹੀਂ ਆਏਗਾ। ਜੇ ਗਿਆਨ ਤੂੰ ਸਸਤਾ ਵੇਚ ਦਿੱਤਾ, ਤੂੰ ਰੋਲ ਦਿੱਤਾ ਗਿਆ। ਬਿਨ ਗਾਹਕ ਗੁਣ ਵੇਚੀਏ ਤੋ ਗੁਣ ਸਹਿਗ ਹੋ ਜਾਏ, ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਲਾਖ ਬਚਾਏ। ਇਸ ਕਰਕੇ ਹਰ ਇੱਕ ਦਾ ਲੈਵਲ ਨਹੀਂ ਹੈ ਹੱਲੀ, ਲੇਕਿਨ ਬਣੇਗਾ ਗੁਰੂ ਦੀ ਕਿਰਪਾ ਨਾਲ, ਕਿਉਂਕਿ ਜਿਸ ਨੂੰ ਕੌਮ ਨੂੰ 10 ਗੁਰੂ ਲੱਗ ਗਏ ਉਹ ਉੱਠੇਗੀ ਉੱਭਰੇਗੀ ਤਾਂ, ਲੇਕਿਨ ਉੱਭਰੇਗੀ ਤੇ ਇਸ ਗਿਆਨ ਰਾਹੀਂ ਉੱਭਰੇਗੀ ਜਦੋਂ ਗੁਰਪੁਰਬ ਗੁਰੂ ਨਾਨਕ ਦਾ ਇਹਨਾਂ ਸ਼ਬਦਾਂ ਨਾਲ ਮਨਾਵਾਂਗੇ। ਤ੍ਰਿਗ ਤੇਰਾ ਕਾ ਜੀਵਿਆ ਜੇ ਲਿਖ ਲਿਖ ਵਿੱਚ ਨਾ, ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਂ, ਸੱਚੈ ਸਰ ਮੈਂ ਬਾਹਰੇ ਅੱਗੇ ਲਹੇ ਨਾ ਦਾਦ। ਅੱਗੇ ਉਹਨਾਂ ਦੀ ਕੋਈ ਦਾਦ ਫਰਿਆਦ ਨਹੀਂ ਹੋਣੀ, ਜਿੰਨੇ ਮਰਜ਼ੀ ਉੱਥੇ ਵਿਲਕਣਗੇ। ਅੰਤ ਤਾਹੀਂ ਰੁੰਨੀਆਂ ਬਾਣੀ ਆਉਂਦੀ ਹੈ ਵੀ ਉਸ ਵੇਲੇ ਤੂੰ ਤਾਹਾਂ ਮਾਰ ਕੇ ਸਿਰ 'ਚ ਟੱਪਣਾ ਵੀ ਉਹ ਜਿਹੜਾ ਟੋਲਾ ਤੇ ਆਰਾਮ ਨਾਲ ਜਾ ਰਿਹਾ ਤੇ ਮੈਨੂੰ ਕਿੱਧਰ ਲਿਜਾ ਰਿਹਾ ਜੰਮ। ਅੰਤ ਤਾਹੀਂ ਰੁੰਨੀਆਂ, ਉਸ ਵੇਲੇ ਰੋਏਗਾ ਤੂੰ, ਤੇਰੀ ਦਾਦ ਫਰਿਆਦ ਤੇਰਾ ਆਹ ਹੋਣ ਹੋਣਾ ਹੈ। ਜਿਨ੍ਹਾਂ ਨਾ ਅਕਲੇ ਅਕਲੇ ਇਹ ਨਾ ਆਖੀਐ, ਅਕਲੇ ਗਵਾਈਐ ਬਾਦ। ਅਸੀਂ ਇੱਥੇ ਇੱਕ ਅਜੀਬ ਸ਼ਬਦ ਗੁਰੂ ਅਮਰਦਾਸ ਸਾਹਿਬ ਜੀ ਦਾ ਦੇਣ ਲੱਗੇ ਆ, ਬਾਤ ਬਬਾਦ ਨਾ ਕਰ। ਆਪਣੀ ਅਕਲ ਜੇ ਲਾਉਣੀ ਹੈ ਤੇ ਤੂੰ ਉਹਨੂੰ ਸਮਝਾਉਂਦਾ ਤਦ ਆ, ਤੂੰ ਆਪਣੇ ਆਪ ਨੂੰ ਉੱਚਾ ਸਮਝਦਾ ਹੈ। ਇਹਨੂੰ ਸਮਝ ਨਹੀਂ ਤਾਂ ਮੈਂ ਸਮਝਾਦਾ। ਮਹਾਰਾਜ ਕਹਿੰਦੇ ਗੁਰਮੁਖੇ ਨਿਮਾਣਾ, ਗੁਰਮੁਖੇ ਨਿਮਾਣਾ ਹੈ, ਗੁਰਮੁਖੇ ਨਿਮਾਣਾ ਹੋ, ਨਿਮਾਣਾ ਹੋ, ਨਿਮਾਣਾ ਹੋ ਹੈ, ਗੁਰਮੁਖੇ ਨਿਮਾਣਾ ਹੋ ਹੈ, ਗੁਰਮੁਖੇ ਨਿਮਾਣਾ ਹੋ। ਮਨ ਤੂੰ ਮਤ ਮਾਣ ਕਰੇ, ਤੀਜਾ ਗੁਰੂ ਨਾਨਕ ਬੋਲ ਰਿਹਾ ਗੁਰੂ ਅਮਰਦਾਸ ਸਾਹਿਬ। ਮਤ ਤੂੰ ਮਨ ਮਾਣ ਕਰੇ, ਇਹ ਮਤ ਤੂੰ ਮਨ ਮਾਣ ਕਰੇ, ਹਾਂ ਕਿਛ ਜਾਣਦਾ। ਮਨ ਤੂੰ ਮਤ ਮਾਣ ਕਰੇ, ਹਾਂ ਕਿਛ ਜਾਣਦਾ। ਮਨ ਤੂੰ ਮਤ ਮਾਣ ਕਰੇ, ਹਾਂ ਕਿਛ ਜਾਣਦਾ। ਗੁਰਮੁਖੇ ਨਿਮਾਣਾ। ਕਦੋਂ ਉਪਦੇਸ਼ ਕਰੀਦਾ? ਜਦੋਂ ਕਹੀਦਾ ਮੈਨੂੰ ਸਭ ਕੁਛ ਆਉਂਦਾ, ਮੈਂ ਐਡੀ ਵੱਡੀ ਕਥਾ ਕਰਦਾ, ਐਡਾ ਵੱਡਾ ਮੇਰਾ ਕੀਰਤਨ ਹੈ, ਦਰਬਾਰ ਲੱਗਦੇ ਮੇਰੇ, ਮੈਨੂੰ ਸੱਦਿਆ ਜਾਂਦਾ ਉੱਥੇ। ਔਰ ਸਾਰਾ ਬਾਹਰ ਕਹਿੰਦੇ ਇਹ ਗੱਲਾਂ ਕੀ ਹੈ? ਉਹ ਕਹਿੰਦੇ ਬਾਤ ਕਰਨਾ, ਕੀਰਤਨ ਵੇਚਣਾ, ਜੋ ਵੀ ਕੰਮ ਸਿੱਖੀ 'ਚ ਹੁਣ ਸਭ ਤੋਂ ਜ਼ਿਆਦਾ ਹੋ ਰਿਹਾ, ਮਹਾਰਾਜ ਨਾ ਉਹਨਾਂ 'ਤੇ ਲਾਇਆ। ਅਕਲੇ ਇਹ ਨਾ ਆਖੀਐ, ਅਕਲੇ ਗਵਾਈਐ ਬਾਦੇ, ਅਕਲੇ ਗਵਾਈਐ ਬਾਦੇ। ਅਕਲੀ ਔਰ ਸਾਹਿਬ ਨੂੰ ਸੇਵ ਦਾ ਨਾਮ ਜਪ, ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ। ਉਹ ਸਾਹਿਬ ਨੂੰ ਇਹ ਮਾਨ ਦੇ ਨੰਨੇ ਨੂੰ ਔਂਕੜਾ ਦੇਖੋ ਤੁਸੀਂ। ਆਹੋ ਉੱਚ ਹੱਦੀ ਬੈਣ ਆ। ਇੱਥੇ ਬਾਬੇ ਨਾਨਕ ਨੂੰ ਮਾਨ ਕੀ ਮਿਲਿਆ? ਕੋਈ ਆਖੇ ਭੂਤਨਾ, ਕੋਈ ਕਹੇ ਬਿਤਾਲਾ। ਉਹਨਾਂ ਦੇ ਤੇ ਗਾਟੇ ਉਤਾਰ ਦਿੱਤੇ ਗਏ ਜਿਨ੍ਹਾਂ ਨੇ ਇੱਥੇ ਸਾਹਿਬ ਨੂੰ ਸੇਵਿਆ ਔਰ ਅਕਲ ਲਾਈ ਸਾਰੀ ਉੱਧਰ। ਉਹਨਾਂ ਦੇ ਤੱਤੀਆਂ ਤਵੀਆਂ 'ਤੇ ਰੋਸਟ ਕਰ ਦਿੱਤਾ ਇਹੋ ਜਿਹੇ ਗਿਆਨ ਐਡਿਟ ਕਰਨ ਵਾਲੇ ਨੂੰ। ਉਹ ਇਹ ਮਾਨ ਦਰਗਾਹ ਦਾ ਮਾਨ ਹੈ,
कोई न जाने कोई न माने से प्रगट हर द्वारे। ਇਹ ਮਾਨ ਬਾਬੇ ਨਾਨਕ ਦੇ ਉੱਚ ਹੱਦੀ ਵੈਨ ਹੈ। ਇੱਥੇ ਨਹੀਂ ਮਾਨ ਮਿਲਣਾ, ਨਾ ਮਾਨ ਦੀ ਆਸ ਕਰੋ, ਨਾ ਤੁਹਾਨੂੰ ਕੋਈ ਸਰੋਪਾ ਮਿਲਣਾ, ਨਾ ਕੋਈ ਤੁਹਾਨੂੰ ਜੇ ਤੁਸੀਂ ਬਹੁਤਾ ਚੜਾਵਾ ਚੜਾਤਾ ਤੇ ਨਾ ਤੁਹਾਨੂੰ ਵੱਡਾ ਪਤਾਸਾ ਮਿਲਣਾ ਉੱਥੇ ਜਾ ਕੇ, ਤੇ ਸਰੋਪਾ ਵੀ ਵੱਡੀ ਚਾਦਰ। ਉਹ ਇਹ ਮਾਨ ਇੱਥੇ ਦਾ ਨਹੀਂ ਹੈ। ਇਹੋ ਤੇ ਮਹਾਰਾਜ ਦੇ ਉੱਚ ਹੱਦੀ ਵੈਨ ਹੈ। ਅਕਲ ਸਾਹਿਬ ਨੂੰ ਸੇਵ ਔਰ ਇੱਥੇ ਮਾਨ ਦੀ ਆਸ ਨਾ ਰੱਖ। ਇੱਥੇ ਤੈਨੂੰ ਇਹ ਮਾਨ ਅਗਲੀ ਦਰਗਾਹ 'ਚ ਤੈਨੂੰ ਜਾ ਕੇ ਮਿਲੇਗਾ। ਰੱਬ ਤੈਨੂੰ ਕਹੇਗਾ ਸ਼ਾਬਾਸ਼ ਪੁੱਤਰਾ, ਤੂੰ ਖੱਟੀ ਖੱਟ ਕੇ ਆਇਆ। ਬਾਕੀਆਂ ਦੀ ਲਾਈਨ ਅਲੱਗਾ ਹੁੰਦੀ ਹੈ। ਇਸ ਕਰਕੇ ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੂਝੀਐ, ਨਾਨਕ। ਸਲੋਕ ਕਲੋਜ਼ ਕਰਨ ਲੱਗਾ ਰਖੀੜ ਦੀ। ਕਹਿੰਦੇ ਹੁੰਦੇ ਨਾ ਵੀ ਸੁਨਿਆਰੇ ਦੀ ਟੱਕ ਟੱਕ ਤੇ ਲੁਹਾਰ ਦੀ ਇੱਕੋ ਸੱਟ। ਬਾਬਾ ਇੱਕੋ ਸੱਟ ਮਾਰਨ ਲੱਗਾ ਹੁਣ। ਨਾਨਕ ਆਖੇ ਰਾਹੋ ਇਹੋ, ਹੋਰ ਗੱਲਾਂ ਸ਼ੈਤਾਨ। ਇਹ ਨਾਨਕ ਆਖੇ ਰਾਹੋ ਇਹੋ, ਹੋਰ ਗੱਲਾਂ ਸ਼ੈਤਾਨ। ਅਗਲਾ ਸਲੋਕ ਅਸੀਂ ਲੈਂਦੇ ਹਾਂ ਬਾਬੇ ਨਾਨਕ ਦਾ ਮਹੱਲਾ ਦੂਜਾ, ਜਿਹੜਾ ਪਹਿਲਾ ਸਿੱਖ ਬਣਾਇਆ ਗੁਰੂ ਨਾਨਕ ਨਾਲ। ਆ ਦੇਖਿਓ ਬਾਬੇ ਲਹਿਣੇ ਨੂੰ ਕਿੱਦਾਂ ਚੰਡਿਆ ਸੀ ਗਿਆਨ ਨਾਲ। ਉਹ ਕਹਾਣੀਆਂ ਸਾਨੂੰ ਸੁਣਾ ਰਹੇ ਜੀ। ਬਾਬੇ ਨਾਨਕ ਨਾ ਕੌਲਾ ਗੰਦੇ ਨਾਲੇ 'ਚ ਸੁੱਟ ਦਿੱਤਾ ਝੋਚੇ 'ਚ, ਅਤੇ ਆਪਣੇ ਪੁੱਤਾਂ ਨੂੰ ਕਹਿਣ ਲੱਗੇ ਲਖਮੀਦਾਸ ਸੱਚ ਕੌਲਾ ਮੇਰਾ ਕੱਢ ਦੇ। ਉਹ ਕਹਿੰਦਾ ਜੀ ਇੱਥੇ ਕਿਤੇ ਸਿੱਖ ਨੂੰ ਬੁਲਾ ਲਓ, ਕਢਾ ਲਓ ਇੱਥੋਂ, ਮੈਂ ਨਹੀਂ, ਮੇਰੇ ਕੱਪੜੇ ਲਿਬੜਦੇ ਆ। ਕਹਾਣੀ ਬਣਾਈ ਹੈ। ਔਰ ਫਿਰ ਉਹਨੇ ਦੂਸਰੇ ਪੁੱਤ ਵੱਲ ਦੇਖਿਆ। ਉਹ ਪੁੱਤ ਅੱਜ ਕੱਲ੍ਹ ਦਾ ਸੀ ਕਲਯੁੱਗ ਵਾਲਾ। ਉਹ ਕਹਿੰਦਾ ਬਾਪੂ ਤੂੰ ਆਪੇ ਤੇ ਸੁੱਟਿਆ, ਹੁਣ ਮੈਨੂੰ ਕਹਿਣਾ ਤੂੰ ਕੱਢ ਲੈ। ਫਿਰ ਲਹਿਣੇ ਵੱਲ ਨਿਗਾਹ ਕੀਤੀ। ਲਹਿਣੇ ਨੇ ਜਾਮ ਮਾਰੀ, ਛਾਲ ਚੁੱਭੀ, ਕੌਲਾ ਕੱਢ ਕੇ ਲਿਆ ਕੇ ਦੇਤਾ ਅਤੇ ਗੱਦੀ ਲੈ ਗਿਆ। ਕਿਉਂਕਿ ਬਾਬਾ ਨਾਨਕ ਉਹਨੂੰ ਗਿਆਨ ਥੋੜ੍ਹਾ ਸਮਝਾਉਂਦਾ ਸੀ, ਉਹਨੂੰ ਡਾਈਵਿੰਗ ਸਿਖਾਉਂਦਾ ਸੀ। ਉਹ ਕਹਾਣੀਆਂ ਵਾਲਿਓ ਕੋਈ ਸ਼ਰਮ ਕਰੋ, ਕੋਈ ਕਹਾਣੀਆਂ ਬੰਦ ਕਰੋ। 300 ਸਾਲ ਦਾ ਦੁਨੀਆ ਨੂੰ ਇਸ ਸੂਰਜ ਪ੍ਰਕਾਸ਼ ਔਰ ਇਹਨਾਂ ਦੀਆਂ ਕਹਾਣੀਆਂ ਨਾਲ ਅੰਨਾ ਕੀਤਾ ਸੰਗਤ ਨੂੰ ਗਿਆਨ ਵੱਲੋਂ। ਉਹਨਾਂ ਨੂੰ ਗੱਦੀ ਨਹੀਂ ਸੀ ਮਿਲਦੀ। ਜਦ ਕਿ ਬਾਬ ਸਲੋਕ ਮਹੱਲਾ ਦੂਜੇ ਦਾ ਗਿਆਨ ਦੇਖੇ ਹੁਣ। ਉਹ ਗਿਆਨ ਸਿੱਖਦਾ ਸੀ, ਪੋਥੀ ਸੀ। ਪੋਥੀ ਤੂੰ ਔਰ ਉੱਥੋਂ ਬਾਅਦ ਉਹ ਪੋਥੀ ਲੈ ਗਿਆ। ਇਸ ਕਰਕੇ ਗਿਆਨ ਗੁਰੂ ਅਗਲੇ ਤੋਂ ਅਗਲੇ ਗੱਦੀ ਜਿਹੜਾ ਕੋਈ ਪਿਛਲੇ ਸ਼ਬਦ ਗੁਰੂ ਆਪ ਸਮਝਾਉਂਦੇ ਸੀ ਉਹਨਾਂ ਨੂੰ। ਲੇਕਿਨ ਹੁੰਦਾ ਸੀ ਕਿਸੇ ਨੂੰ ਪਤਾ ਨਹੀਂ ਕਿਹੜਾ ਗੱਦੀ ਤੇ ਬਹਿ ਜਾਂਦਾ ਸੀ। ਤੋ ਮਹੱਲੇ ਦੂਜੇ ਦਾ ਆ ਗਿਆਨ ਲੈਣ ਲੱਗੇ ਹਾਂ ਅਸੀਂ, ਔਰ ਅਸੀਂ ਰੰਗ ਬਦਲਦੇ ਹਾਂ ਟਿਊਨ ਦਾ। ਐਸੀ ਬਣੀ ਜ਼ਰੂਰਤ, ਐਸੀ ਬਣੀ ਜ਼ਰੂਰਤ, ਜੈਸਾ ਕਰੈ ਕਹਾਵੇ ਤੈਸਾ, ਜੈਸਾ ਕਰੈ ਕਹਾਵੇ ਤੈਸਾ। ਕਦੀ ਕਿਸੇ ਨੇ ਬਾਣੀ ਫੋਲੀ ਹੈ ਗੁਰਪੁਰਬ ਵਾਲੇ ਦਿਨ? ਭਾਈ ਗੁਰਦਾਸ ਦੀਆਂ ਵਾਰਾਂ ਹੀ। ਬਾਬਾ ਗਿਆ, ਟੰਗੋਂ ਪਕੜ ਘਸੀਟਿਆ, ਫਿਰਿਆ ਮੱਕਾ ਕਲਾ ਦਿਖਾਰੀ। ਉਹ ਭਾਈ ਉਹ ਲੈਵਲ ਹੋਰ ਹੈ। ਉਹ ਤਾਂ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਵਾਰ। ਅਸੀਂ ਸਾਰਾ ਜ਼ੋਰ ਉਹਨਾਂ 'ਤੇ ਲਾਈ ਜਾਂਦੇ। ਪਿਛਲੀ ਸ਼ਬ ਚੌਂਕੀ 'ਚ ਦੱਸਿਆ ਸੀ, ਘੋੜਾ ਪਿੱਛੇ ਤੁਰਿਆ ਅਤੇ ਟਾਂਗਾ ਗਾਂਹ। ਉਹ ਟਾਂਗਾ ਪਿੱਛੇ ਹੁੰਦਾ ਕਿ ਘੋੜਾ ਅੱਗੇ ਹੁੰਦਾ? ਭਾਈ ਗੁਰਦਾਸ ਦੀਆਂ ਵਾਰਾਂ ਸਾਰੇ ਗੁਰਪੁਰ 'ਚ ਗਾਂਹ ਦਾ। ਆ ਬਾਣੀ ਬਾਬੇ ਦੀ ਪਿੱਛੇ। ਬਾਬਾ ਕਹਿੰਦਾ ਕਿ ਮੇਰੀ ਵੀ ਸੁਣ ਲਓ। ਮੈਂ ਕਾਹਦੇ ਲਈ ਆਇਆ ਸੀ? ਮੇਰਾ ਜਨਮ ਦਿਨ ਤੁਸੀਂ ਮਨਾ ਰਿਹਾ ਸੀ। ਮਨਾ, ਲੇਕਿਨ ਕੋਈ ਮਾਡਰਨ ਮਿਸਾਲ ਦੇਣੀ ਪੈਂਦੀ ਹੈ।
सारे आ जी बड़ा भारा जलूस है, एक कहता जलूस आ जी अज 5 प्यारे सिंह सजाए सी, खालसा जाए, एडा बड़ा जलूस 5 प्यारिਆਂ ਦਾ। फिर अज आ कहते जा रहा जी फलाने गुरु का अज जन्मदिन है, उत्सव वो जलूस निकलना, आ जलूस, सारे जलूस नंग है। एक पिछों बंदा आया टुटे जे टट्टू ते चढ़े आ, झंडा हथ चके आ, मेरा अज जन्मदिन है, मेरा अज जन्मदिन है। वो कह लगे तू कौन? वो कहना मैं रब वां, मैं खुदा है, रब है। कहते फिर की करिए? कहते मेरा जन्म कोई नहीं मना रही दुनिया, सारे अगले जलूस है जेडे, मेरा कोई जन्म नहीं मनाता। कहता वाह तेन कौन पुछदा है, बड़े बड़े जलूस निकल रहे हैं। इस करके महाराज कहते हैं भी जड़ी जेड़ा तुसी गुरपुरब मनाते हैं अकाल पुरख खालसारी ते, उहदा भी कदी मनाया असीं भी उन्होंने भी याद किया है। गुरु अंगद साहब ऐसा सलोक, और गुरु याद रखो गुरु अंगद साहब ने कोई बाणी नहीं लिख सके, कोई छंद नहीं लिख सके, कोई वार नहीं लिख सके, उन्होंने सिर्फ चंद एक सलोक मिलणगे। पहला सिख गुरु नानक दा सिर्फ सलोक उन्होंने मिलणगे, क्योंकि उन्होंने टाइम ही नहीं सी। बाबे की बाणी सारी एडिट करते सी, देखते सी, सब कुछ पढ़ते सी, आप सिर्फ सलोक लिखे। पर आ महला दूजा आया, जैसा करे कहावे तैसा, ऐसी बनी जरूरते, जैसा करे कहावे तैसा। जेड़ा को बंद काम करेगा उदा उदा का नाम पै जूगा। जैसा करे कहावे तैसा, ऐसी बनी जरूरते, होवे लिंग चिंग न होवे, होवे लिंग चिंग न होवे, ऐसी कहिए सूरते, होवे लिंग चिंग न होवे, कदी 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 किसी ने बाणी स्टडी की? इन्हों के तो राउंड की क्लॉक सारी दुनिया च खंड पाठ हो रहे हैं, होवे लिंग झिंग न होवे, ऐसी कोई समझ आ चुकी। ये लिंग झिंग की होया? कोई डंडा कटना होए ना, दाना तोड़ के डाणी को तोड़ के पहला वो लिंग झिंगा खूंगे खांगे लाने ऐन साफ करते हैं, आले दुआले आ लिंग झिंगे जड़े आले दुआले खूंगे, वो किते कपड़ा फाड़ के डंडा जे बनाना है तो उन्होंने ऐन आले दुआलों लिंग झिंग झाड़ के उसदियां डाणियां ऐन सोटा बनाते। महाराज कहते एहो जी सूरत रब दी, ऐसी कही है सूरते, होवे लिंग झिंग न होवे, होवे लिंग झिंग न होवे, ऐसी कही है सूरते। जो उस इच्छे सो फल पाए, जो उस इच्छे सो फल पाए, जो उस इच्छे सो फल पाए, जो उस इच्छे सो फल पाए। वो कौन होया फिर जिहदी ऐसी सूरत है, ऐन साफ सुथरा, कोई लिंग झिंग नहीं, ऐन पधरा होया अकाल पुरख। उहदे को फिर जो मंगेगा वो देगा, ओहदे अल ध्यान रखना है। तो महाराज कहते ऐसी कही है सूरते, जो ए होवे लिंग झिंग न होवे, होवे
नानक ने ज्ञान समझाया होना भी रब की ऐसी मसूरत है जो मंगेगा मिल जाएगा, उस कोई खूंगा नहीं है, कोई ऐसी नहीं है, ऐ पधरा रब है सीधा। तो महाराज कहते होवे लिंग चिंग न होवे, होवे लिंग चिंग न होवे, ऐसी कहिए सूरते। जो ਇਹੋ ਜੀ ਸੂਰਤ ਨੂੰ ਅਕਾਲ ਪੁਰਖ ਨੂੰ ਜੋ ਉਸ ਸੇਵੈ, ਜੋ ਉਸ ਇੱਛੈ ਸੋ ਫਲ ਪਾਏ, ਜੋ ਉਸ ਇੱਛੈ ਸੋ ਫਲ ਪਾਏ, ਜੋ ਉਸ ਇੱਛੈ ਸੋ ਫਲ ਪਾਏ, ਜੋ ਉਸ ਇੱਛੈ ਸੋ फल पाए। नानक कहिए मूरते। ਅਸੀਂ ਵੀ ਰੱਬ ਦੀ ਮੂਰਤ ਆ, ਸਾਡੀ ਵੀ ਇੱਕ ਹੈ। ਤੁਹਾਡੀਆਂ ਤੇ ਮੰਦਰਾਂ 'ਚ ਮੂਰਤ ਆ, ਹੋਰ ਸਾਰਾ ਕੁਛ ਤੁਸੀਂ ਮੂਰਤੀ ਪੂਜਾ ਕਰਦੇ ਆ। ਦੇਖਾ ਰੱਬ ਮੇਰੇ ਦੀ ਮੂਰਤ ਐਸੀ ਤਾਂ ਨਾਨਕ ਕਹੀਏ ਮੂਰਤੇ। नानक कहिए मूरते। उस मूर्त की है सतगुर मूरत, सतगुर मूरत को बल जाइए, सतगुर मूरत को बल जाओ। सतगुर जिहड़ा इंसान नहीं है, अकाल पुरख और जिन्हें मिलना है अंदर अपने रब नूं, ਉਹਦੇ दरम्यान एक लिंक है जिहदे बगैर रब तक नहीं असीं पहुँच सकते। वो जोड़नहारा लिंक है। जैसा सतगुर सुनीदा तैसो ही मैं डीठ, विछड़िया मेले अपने नाल नहीं मिलदा। अंदर प्रभु पहला सतगुर आएगा अंदर, ਜਿਹਦੀ ਦੇਹ ਨਹੀਂ ਹੈ ਪਾਵਰ ਆਏਗੀ, ਉਹ ਫਿਰ ਗਾਂ ਰੱਬ ਨਾਲ ਅੰਦਰ ਜੋੜੇਗਾ। ਉਹ ਮਹਾਰਾਜ ਸਮਝਾ ਰਹੇ ਹੈ ਆਪਣੇ ਸ਼ਲੋਕ 'ਚ ਵੀ ਉਹ ਕੀ ਹੈ, ਤਾਂ ਨਾਨਕ ਕਹੀਏ ਮੂਰਤੇ। ਉਹ ਮੂਰਤ ਕੀ ਹੈ ਬਾਣੀ 'ਚ ਆਉਂਦਾ, ਸਤਿਗੁਰ ਕੋ ਜਿਹਾ ਕੋ ਇੱਛਦਾ, सतगुर नूं जिहा को इच्छदा। समझ लो सारी बाणी सतगुरु इंसान ते नहीं बनाउणा। सतगुर नूं जिहा को इच्छदा, ते सतगुर नूं जिहा को इच्छदा, तेहा फल पावै कोई, तेहा फल पाए कोई। सतगुर सबना दा भला मनाएगा, सतगुर सबना दा भला मनाएगा। तिस दा बुरा क्यों होए, तिस दा बुरा नानक करता सब किछ जानदा, नानक करता सब किछ जानदा। अकाल पुरख लहदा है, करता लहदा है, सतगुर विच जोड़नहारा है स्वरूप। जिहड़ा अभ्यासी दे अंदर पहला पावर आउंदी है, वो कहंदा सतगुर नूं जिहा को इच्छदा। पर अगली लाइन लाउंदे वो सब कुछ जानदा, नानक सतगुर सब किछ जानदा। तैनूं पता तू मंग ते इन्नियां चीज़ां जाई जाना अरदास करन वेले, पर सब कुछ जानदा। जिद्दों कुछ गुज्जा ना होए, जिद्दों कुछ गुज्जा ना होए, नानक करता सब किछ जानदा, नानक करता सब किछ जानदा।
पर वो ऐसा दयालु है, सतगुर सबना दा भला मनाएगा, सतगुर सबना दा भला मनाएगा। ਆਪ ਹੈ ਸਾਡੇ ਉਹ ਸਤਿਗੁਰ ਦੀ ਮੂਰਤ, ਔਰ ਉਹਨੂੰ ਅਸੀਂ ਪੂਜਣਾ ਔਰ ਉਹ ਮੂਰਤ ਸਮਝਣੀ ਆ। ਤਾਂ ਨਾਨਕ ਕਹੀਏ ਮੂਰਤੇ, ਤਾਂ ਨਾਨਕ ਕਹੀਏ ਮੂਰਤੇ। ਸਾਹਮਣੇ ਕੌਮ ਸੀ, ਹਿੰਦੂ ਕੌਮ, ਉਹ ਮੂਰਤੀਆਂ ਦੀ ਪੂਜਾ ਕਰਦੇ ਸੀ, ਮੂਰਤੀਆਂ ਦੇ ਅੰਗ ਬਣਾਉਂਦੇ ਸੀ, ਉਹਦਾ ਲਿੰਗ ਬਣਾਉਂਦੇ ਸੀ। ਮੂਰਤੀਆਂ ਦੀਆਂ ਸਾਰੀਆਂ ਉਹਨਾਂ 'ਤੇ ਸਾਰਾ ਕੁਝ, ਜੋ ਮੂਰਤੀ ਪੂਜਾ ਉਹਨੂੰ ਪਿਆ। ਸ਼ਿਵ ਲਿੰਗ ਮਸ਼ਹੂਰ ਹੈ। ਲਿੰਗ ਮਹਾਰਾਜ ਕਹਿੰਦਾ ਸਾਡਾ ਜਿਹੜਾ ਕਾਲਪੁਰਖ ਅੰਦਰ ਆਉਣਾ, ਉਹਦਾ ਨਾ ਲਿੰਗ ਨਾ ਚਿੰਗ ਨਾ ਕੁਛ, ਐਸੀ ਅਸੀਂ ਮੂਰਤੀ ਪੂਜਾ ਇਨਸਾਨ ਨਹੀਂ ਆ। ਤੂੰ ਕਹਿੰਦਾ ਹੈ ਐਸੀ ਕਹੀਏ ਸੂਰਤੇ, ਸੂਰਤੇ ਇਲੇ ਹੋਵੇ ਲਿੰਗ ਝਿੰਗ ਨਹੀਂ ਹੋਵੇ, ਹੋਵੇ ਲਿੰਗ ਝਿੰਗ ਨਹੀਂ ਹੋਵੇ, ਐਸੀ ਕਹੀਏ ਸੂਰਤੇ। ਫਿਰ ਇਹੋ ਜਿਹੀ ਸੂਰਤ ਕੋਲੋਂ ਅੰਦਰ ਧਿਆਨ ਰੱਖ ਕੇ ਇਹੋ ਜਿਹੇ ਸਤਿਗੁਰੂ ਦਾ ਅੰਦਰ ਜੋ ਆਉਣਾ ਹੈ, ਤਾਂ ਫਿਰ ਕਹਿੰਦਾ ਜੋ ਉਸ ਇੱਛਾ ਸੋ ਫਲ ਪਾਏ, 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 ਜੋ ਉਸ ਇੱਛਾ ਸੋ ਫਲ ਪਾਏ। ਤਾਂ ਨਾਨਕ ਕਹੀਏ ਮੂਰਤ, ਅਸੀਂ ਇਸ ਮੂਰਤ ਦੇ ਪੁਜਾਰੀ ਹਾਂ, ਬਾਕੀ ਬੁੱਤ ਪ੍ਰਸਤੀ ਨਹੀਂ ਅਸੀਂ ਕਰਨੀ। ਤਾਂ ਐਸੀ, ਤਾਂ ਨਾਨਕ ਕਹੀਏ ਮੂਰਤੇ। ਸਾਡੇ ਹੱਥਾਂ 'ਚ ਸ਼ਬਦ ਆ। ਹੁਣ ਪੌੜੀ ਆਏਗੀ, ਪੌੜੀ ਢਾਡਾਂ ਦੀਆਂ ਵਾਰਾਂ ਦੀਆਂ, ਅਸੀਂ ਉਸੇ ਢਾਡੀ ਦੀ ਵਾਰ 'ਚ ਹੀ ਗਾਵਾਂਗੇ। ਔਰ ਉਤਲੇ ਜਿਹੜੇ ਸ਼ਲੋਕ ਹੁੰਦੇ ਹੈ, ਇਹ ਢਾਡੀ ਉੱਚੀ ਸੁਰ ਨਾਲ ਗਾ ਗੂ ਕੇ ਸਭ ਕੁਛ ਕਰਦੇ ਸੀ। ਲੇਕਿਨ ਜਿਹੜੀ ਪੌੜੀ ਹੈ, ਉਹਦੀ ਜਿਹੜੀ ਅਖੀਰਲੀ ਲਾਈਨ ਹੈ, ਪੌੜੀ ਦੀ ਅਖੀਰਲੀ, ਉਹ ਪੌੜੀ ਦਾ ਰਹਾਉ ਹੁੰਦਾ ਹਮੇਸ਼ਾ। ਅਸੀਂ ਗਿਆਨ ਦਈ ਆ ਰਹੇ ਹਾਂ ਸੰਗਤ ਨੂੰ, ਜਿੱਦਾਂ ਮਹਾਰਾਜ ਨੇ ਲਿਖੀਆਂ ਹੈ ਪੌੜੀਆਂ। ਉਹ ਕਹਿੰਦਾ ਭਈ ਪਹਿਲਾਂ ਪੌੜੀ ਆਏਗੀ, ਉਹਦੇ ਸਾਰਾ ਗਿਆਨ ਚੱਲੂ, ਪਰ ਅਖੀਰਲੀ ਜਿਹੜੀ ਨਿੱਕੀ ਜਿਹੀ ਇੱਕ ਲਾਈਨ ਹੁੰਦੀ, ਉਹ ਪੌੜੀ ਦਾ ਰਹਾਉ ਹੁੰਦਾ। ਸ਼ਬਦ ਦਾ ਰਹਾਉ ਅਲੱਗਾ ਹੈ। ਸ਼ਲੋਕ ਜਿਹੜੇ ਉੱਤੇ ਆਏ ਇੰਡੀਪੈਂਡੈਂਟ ਹੈ ਸਾਰੇ ਸ਼ਲੋਕ। ਐਸਾ ਗਿਆਨ ਸੀ ਜਿਹੜਾ ਕਿਸੇ ਰਾਗ 'ਚ ਨਹੀਂ, ਕਿਸੇ ਨੇ ਕਿਸ ਤਰ੍ਹਾਂ, ਲੇਕਿਨ ਇੰਡੀਪੈਂਡੈਂਟ ਹੁੰਦਾ ਸੀ। ਜਿੱਦਾਂ ਗੁਰੂ ਮਹਾਰਾਜ ਐਂ ਪਤਾ ਲੱਗਦਾ ਵੀ ਉੱਤੋਂ ਗਿਆਨ ਆਉਂਦਾ ਸੀ, ਔਰ ਫਟ ਸਿੱਖਾਂ ਕੋਲ ਨੋਟਬੁੱਕਾਂ ਜਾਂ ਸਾਰਾ ਕੁਛ ਹੁੰਦਾ, ਕਹਿੰਦੇ ਭਾਈ ਗਿਆਨ ਆਇਆ, ਆ ਸਾਂਭੋ ਸ਼ਲੋਕ। ਇਸੇ ਕਰਕੇ ਸ਼ਲੋਕ ਸਭ ਤੋਂ ਬਾਅਦ ਹੈ। ਔਰ ਜਿੰਨੇ ਸ਼ਲੋਕ ਲੱਗ ਸਕਦੇ ਸੀ ਗੁਰੂ ਅਰਜਨ ਸਾਹਿਬ ਜੀ ਨਾਲ ਵਾਰਾਂ ਨਾਲ ਲਾਤੇ, ਜਿੱਦਾਂ ਇਸ ਨਾਲ ਲਾਏ ਹੈ। ਜਿਹੜੇ ਫੇਰ ਵੀ ਬਚ ਗਏ, ਉਹ ਹੈ ਵਾਰਾਂ ਤੇ ਵਧੀਕ ਸ਼ਲੋਕ, ਉਹ ਪਿੱਛੇ ਦੇ ਦਿੱਤੇ। ਐਸਾ ਉੱਚਾ ਗਿਆਨ ਸੀ। ਔਰ ਗੁਰੂ ਅੰਗਦ ਸਾਹਿਬ ਦਾ ਗਿਆਨ ਦੇਖਿਆ, ਔਰ ਬਾਬੇ ਨਾਨਕ ਦਾ ਗਿਆਨ ਦੇਖਿਆ, ਪਰ ਕਹਿੰਦੇ ਹੈ ਭਈ ਇਸ ਚੀਜ਼ ਨੂੰ ਜੇ ਇਨਸਾਨ ਨੂੰ ਕਦੀ ਨਾ ਪੁੱਜੀ, ਨਾ ਇਨਸਾਨ ਨੂੰ ਇਹ ਚੀਜ਼ਾਂ ਦੇਈ, ਔਰ ਉਸ ਸਤਿਗੁਰ ਨੂੰ ਸਮਝਣ ਦੀ ਕੋਸ਼ਿਸ਼ ਕਰ। ਪੌੜੀ 'ਚ ਹੁਣ ਸਤਿਗੁਰ ਲਫ਼ਜ਼ ਆਏਗਾ, ਇਸ ਕਰਕੇ ਉਹ ਮੂਰਤ ਕੀ ਹੈ। ਸਤਿਗੁਰ ਮੂਰਤ ਕੋ ਬਲ ਜਾਉ, ਜਿਸ ਪ੍ਰਾਣੀ ਕੋ ਕੋਈ ਨਾ ਰਾਖੈ, ਤਿਸ ਤੁਮ ਦੇ ਆਸਰਾਓ। ਸਤਿਗੁਰ ਮੂਰਤ ਕੋ ਬਲ, ਮੂਰਤੀ ਪੂਜਾ ਨਹੀਂ ਜਾਣਾ। ਅਸੀਂ ਇਸ ਮੂਰਤ ਕੋਲੋਂ ਕਾਲਪੁਰਖ ਨੂੰ ਜਿਹੜਾ ਅੰਦਰ ਆਉਣਾ। ਰਾਮ ਜਪੋ ਅੰਤਰਗਤ ਧਿਆਨੇ, ਘਰੇ ਰਹੋ ਰੇ ਮਨ ਮੁਗਧ ਇਆਨੇ, ਲਾਲਚ ਛੋਡੋ ਰਚੋ ਅਪਰੰਪਰੇ, ਇਉਂ ਪਾਵੋ ਮੁਕਤ ਦੁਆਰਾ। ਅੰਤਰਗਤੀ ਸਭ ਕੁਛ ਅਸੀਂ ਪਾਉਣਾ ਹੈ। ਇਸ ਕਰਕੇ ਪੌੜੀ ਆਈ ਔਰ ਉਹ ਸਤਿਗੁਰ 'ਤੇ ਆਈ।
सतगुर अमृत बेरख है, सतगुर अमृत बेरख है, अमृत रस फलिया। बाहरला इंसान सतगुर नहीं ये काम कर सकता। ਉਹ ਸੱਤੇ ਗੁਰ ਹੈ, ਗੁਰ ਦੇ ਰਾਰੇ ਨੂੰ ਔਂਕੜ ਹੈ। ਕਿਹੜਾ ਗੁਰ? ਜਿਹੜਾ ਸੱਤੇ ਹੈ। ਕਿਹੜਾ ਗੁਰ? ਜਿਹਦੀ ਸਦਾ ਹੀ ਐਗਜ਼ਿਸਟੈਂਸ ਹੈ। ਕਿਹੜਾ ਗੁਰ? ਜਿਹਦੀ ਸਦਾ ਹੀ ਹੋਂਦ ਹੈ। ਉਹ ਨਾ ਜੰਮਦਾ ਨਾ ਮਰਦਾ ਇਨਸਾਨ ਨਹੀਂ। ਉਹ ਸਾਡੇ ਅੰਦਰ ਆ ਜਾਣਾ ਤੇ ਉਹ ਕੀ ਕਹੇ, ਉਹਨੂੰ ਫਲ ਕੀ ਲੱਗਣਾ? ਦੇਖੋ ਤੁਸੀਂ, ਸਤਿਗੁਰ ਅੰਮ੍ਰਿਤ ਬੇਰਖ ਹੈ ਭਾਈ, ਸਤਿਗੁਰ ਅੰਮ੍ਰਿਤ ਬੇਰਖ ਹੈ, ਅੰਮ੍ਰਿਤ ਰਸੇ ਫਲਿਆ। ਉਹਨੂੰ ਫਲ ਵੀ ਰਸ ਹੀ ਲੱਗਣੇ ਹੈ। ਉਹਦੇ ਅੰਦਰ ਸਤਿਗੁਰ ਹੈ ਪਰ ਦੇਹ ਨਹੀਂ ਹੈ। ਸਤਿਗੁਰ ਅੰਮ੍ਰਿਤ ਬੇਰਖ ਹੈ, ਬੇਰਖ ਹੈ, ਅੰਮ੍ਰਿਤ ਰਸ ਫਲਿਆ। ਸਤਿਗੁਰ ਅੰਮ੍ਰਿਤ ਬੇਰਖ ਹੈ, ਅੰਮ੍ਰਿਤ ਰਸ ਫਲਿਆ। ਸਤਿਗੁਰ ਅੰਮ੍ਰਿਤ ਬੇਰਖ ਹੈ ਭਾਈ, ਸਤਿਗੁਰ ਅੰਮ੍ਰਿਤ ਬੇਰਖ ਹੈ, ਅੰਮ੍ਰਿਤ ਰਸ ਫਲਿਆ। ਸਤਿਗੁਰ ਅੰਮ੍ਰਿਤ ਬੇਰਖ ਹੈ, ਅੰਮ੍ਰਿਤ ਰਸ ਫਲਿਆ। ਜਿਸ ਪ੍ਰਾਪਤ ਸੋਲ ਹੈ, ਜਿਸੇ ਪ੍ਰਾਪਤ ਸੋਲ ਹੈ, ਗੁਰ ਸਬਦੀ ਮਿਲਿਆ। ਜਿਸੇ ਪ੍ਰਾਪਤ ਸੋਲ ਹੈ, ਗੁਰ ਸਬਦੀ ਮਿਲਿਆ। ਗੁਰ ਸਬਦੀ ਮਿਲਿਆ। ਸਤਿਗੁਰ ਦੇ ਕਰੈਕਟਰਸ ਆ ਰਹੇ ਨੇ, ਕਰੈਕਟਰਿਸਟਿਕ। ਸਤਿਗੁਰੂ ਕਿਹੋ ਜਿਹਾ? ਜਿਹੜਾ ਸਾਡਾ ਸਤਿਗੁਰੂ ਅੰਦਰ ਆਉਣਾ, ਉਹ ਤੇ ਇੱਕ ਰਸਾਂ ਦਾ ਭਰਿਆ ਦਰਖਤ ਆ ਜਿਹਦੇ ਨਾਲ ਫਲ ਵੀ ਅੰਮ੍ਰਿਤ ਹੀ ਲੱਗਾ। ਸਤਿਗੁਰ ਅੰਮ੍ਰਿਤ ਬੇਰਖ। ਕਦੀ ਅੰਮ੍ਰਿਤ ਨਹੀਂ ਕਹਿਣਾ, ਜਿੱਦਾਂ ਲਿਖਿਆ ਸ਼ਬਦ ਉੱਦਾਂ ਠਾਲਣਾ। ਅੰਮ੍ਰਿਤ ਰਾਰੇ ਨੂੰ ਸਿਹਾਰੀ ਹੈ, ਅੰਮ੍ਰਿਤ। ਸਤਿਗੁਰ ਅੰਮ੍ਰਿਤ ਬੇਰਖ ਹੈ, ਅੰਮ੍ਰਿਤ ਰਸ ਫਲਿਆ। ਸਤਿਗੁਰ ਅੰਮ੍ਰਿਤ ਬੇਰਖ ਹੈ, ਅੰਮ੍ਰਿਤ ਰਸ ਫਲਿਆ। ਸਤਿਗੁਰ ਅੰਮ੍ਰਿਤ ਬੇਰਖ ਹੈ, ਅੰਮ੍ਰਿਤ ਰਸ ਫਲਿਆ। ਆਉ ਤੇ ਆਈ ਉਹਦੀ ਕਿਹੋ ਜਿਹੀ ਸੂਰਤ ਹੈ, ਕੀ ਮੂਰਤ ਹੈ, ਕੀ ਹੈ। ਗਾਂ ਸਤਿਗੁਰ ਕਲੀਅਰ ਕਰ ਰਿਹਾ ਪੌੜੀ। ਸਤਿਗੁਰ ਅੰਮ੍ਰਿਤ ਬੇਰਖ ਹੈ, ਅੰਮ੍ਰਿਤ ਰਸ ਫਲਿਆ। ਔਰ ਰਸ ਨਹੀਂ ਹੈ, ਰਸੇ ਕਹਿਣਾ ਤਾਂ ਉਸ ਘਰ 'ਚ ਗਾ ਸਕਾਂਗੇ। ਸੱਸੇ ਦੀ ਸਿਹਾਰੀ ਬੁਲਾਵਾਂਗੇ ਉਸ ਘਰ 'ਚ ਜਿਹ ਗਾ ਰਹੇ ਹਾਂ ਤਾਂ ਫਿੱਟ ਬੈਠੂ। ਸਤਿਗੁਰ ਅੰਮ੍ਰਿਤ ਬੇਰਖ ਹੈ, ਅੰਮ੍ਰਿਤ ਰਸੇ ਫਲਿਆ। ਸਤਿਗੁਰ ਅੰਮ੍ਰਿਤ ਬੇਰਖ ਹੈ, ਅੰਮ੍ਰਿਤ ਰਸ ਫਲਿਆ। ਜਿਸ ਪ੍ਰਾਪਤੇ ਸੋਲ ਹੈ, ਗੁਰ ਸ਼ਬਦੀ ਮਿਲਿਆ। ਜਿਸ ਪ੍ਰਾਪਤੇ ਸੋਲ ਹੈ, ਗੁਰ ਸ਼ਬਦੀ ਮਿਲਿਆ। ਸਤਿਗੁਰ ਕੈ ਭਾਣੈ ਜੋ ਚੱਲੈ, ਸਤਿਗੁਰ ਕੈ ਭਾਣੈ ਜੋ ਚੱਲੈ, ਹਰ ਸੇਤੀ ਰਲਿਆ। ਤੇ ਸਤਿਗੁਰ ਕੈ ਭਾਣੈ ਜੋ ਚੱਲੈ, ਹਰ ਸੇਤੀ ਰਲਿਆ। ਯਾਦ ਰਹੇ ਬਾਬਾ ਲਹਿਣਾ ਗੁਰੂ ਅੰਗਦ ਸਾਹਿਬ ਮਹੱਲਾ ਦੂਜਾ ਗੁਰੂ ਨਾਨਕ ਨੂੰ ਨਹੀਂ ਅੰਦਰ ਧਿਆਨ 'ਚ ਰੱਖ ਰਹੇ, ਉਸ ਸਤਿਗੁਰ ਨੂੰ ਰੱਖ ਰਹੇ ਜਿਹੜਾ ਗੁਰੂ ਨਾਨਕ ਦੇ ਵੀ ਅੰਦਰ ਆਇਆ ਸੀ। ਉਹ ਆਪ ਸਤਿਗੁਰ ਨਹੀਂ ਸੀ। ਬਾਬਾ ਨਾਨਕ 10 ਗੁਰੂਆਂ 'ਚੋਂ ਸਤਿਗੁਰੂ ਆਇਆ ਜਿਹਦੀ ਜੁਗ ਜੁਗ ਪੀੜ੍ਹੀ ਚੱਲੇ ਸਤਿਗੁਰ ਕੀ, ਜੁਗਾਂ ਜੁਗਾਂ ਤੋਂ ਸੋਹਰਾ। ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ, ਸਭ ਮੇਰਿਆ ਸਮਾਏ। ਉਹਦੀ ਡੈਫੀਨੇਸ਼ਨ ਆ ਰਹੀ ਹੈ ਇਹ ਸਤਿਗੁਰ ਅੰਮ੍ਰਿਤ ਬੇਰਖ ਹੈ, ਅੰਮ੍ਰਿਤ ਰਸ ਫਲਿਆ। ਸਤਿਗੁਰ ਅੰਮ੍ਰਿਤ ਬੇਰਖ ਹੈ, ਅੰਮ੍ਰਿਤ ਰਸ ਫਲਿਆ। ਜਿਸ ਪ੍ਰਾਪਤ ਸੋਲ ਹੈ, ਗੁਰ ਸਬਦੀ ਮਿਲਿਆ। ਜਿਸ ਪ੍ਰਾਪਤ ਸੋਲ ਹੈ, ਗੁਰ ਸਬਦੀ ਮਿਲਿਆ। ਸਤਿਗੁਰ ਕੇ ਭਾਣੈ ਜੋ ਚੱਲੈ, ਹਰ ਸੇਤੀ ਰਲਿਆ। ਸਤਿਗੁਰ ਕੈ ਭਾਣੈ ਜੋ ਚੱਲੈ, ਹਰ ਸੇਤੀ ਰਲਿਆ।
काल जोहे ना सकई, जम काल जोहे ना सकई, घट चानण बलिया, जम काल जोहे ना सकई, घट चानण बलिया, घट चानण बलिया। नानक बख्श मिलायन फिर घर भी न गलिया, हे नानक बख्श मिलायन फिर घर भी न गलिया। आ गर्भ ਦੀ ਜੂਨ ਚ ਨਹੀਂ ਜਾਏਗਾ, ਮਾਂ ਦੇ ਪੇਟ ਚ ਨਹੀਂ ਉਹ ਜਨਮ ਲਏਗਾ, ਉਹ ਮੁਕਤ ਹੋ ਜਾਂਦਾ। ਐਸਾ ਵਰ ਹੈ ਉਸ ਸਤਿਗੁਰ ਮੂਰਤ ਨੂੰ, ਜਦੋਂ ਉਹ ਅੰਦਰ ਆ ਗਿਆ ਉਹਦੇ ਲਈ ਸਾਰੀ ਪੌੜੀ ਲਿਖੀ ਹੈ ਭਾਈ ਕੀ ਹੋਏਗਾ, ਤੂੰ ਗਰਭ ਜੂਨੀ 'ਚ ਨਹੀਂ ਜਾਏਗਾ ਜੇ ਇਨਸਾਨ ਸਤਿਗੁਰੂ ਕਰ ਲਓਗੇ। ਉਹ ਨਹੀਂ ਮੰਨਦੀ ਸਾਡੀ ਬਾਣੀ, ਸਾਡੀ ਬਾਣੀ ਆਹ ਸਤਿਗੁਰੂ ਮੰਨਦੀ ਹੈ। ਹੁਣ ਥੋੜ੍ਹਾ ਥੋੜ੍ਹਾ ਇਹਦੇ ਮੈਨੇ ਕੱਢ ਕੇ ਫਿਰ ਅਸੀਂ ਅਗਲੇ ਸ਼ਬਦ ਦੇ ਦਰਸ਼ਨ ਕਰਦੇ ਹਾਂ। ਸਤਿਗੁਰ ਅੰਮ੍ਰਿਤ ਬਿਰਖ ਹੈ, ਅੰਮ੍ਰਿਤ ਰਸ ਫਲਿਆ, ਸਤਿਗੁਰ ਅੰਮ੍ਰਿਤ ਬਿਰਖ ਹੈ, ਅੰਮ੍ਰਿਤ ਰਸ ਫਲਿਆ। ਜਿਸ ਪ੍ਰਾਪਤੇ ਸੋ ਰਹਿ ਗੁਰ ਸ਼ਬਦੀ ਮਿਲਿਆ, ਜਿਸ ਪ੍ਰਾਪਤ ਸੋ ਮਿਲੈ ਗੁਰ ਸ਼ਬਦੀ ਮਿਲਿਆ, ਜਿਸ ਪ੍ਰਾਪਤੇ ਸੋ ਲਹੈ ਗੁਰ ਸ਼ਬਦੀ ਮਿਲਿਆ, ਜਿਸ ਪ੍ਰਾਪਤ ਸੋ ਲਹੈ ਗੁਰ ਸ਼ਬਦੀ ਮਿਲਿਆ। ਸਤਿਗੁਰ ਕੈ ਭਾਣੈ ਜੋ ਚੱਲੈ ਹਰ ਸੇਤੀ ਰਲਿਆ, ਸਤਿਗੁਰ ਕੈ ਭਾਣੈ ਜੋ ਚੱਲੈ ਹਰ ਸੇਤੀ ਰਲਿਆ। ਅੱਗੇ ਲਫ਼ਜ਼ ਹੈ ਜਮਕਾਲ। ਇਹ ਹੈ ਡੈਥ ਦਾ ਇੰਚਾਰਜ, ਜਿਹਦੇ ਅੰਡਰ ਸਾਰੇ ਜਮ ਦੂਤ, ਜੋ ਬੰਦੇ ਦੇ ਸਿਰ ਦੇ ਉੱਤੇ ਇੱਕ ਕਾਲ ਹੈ, ਇੱਕ ਅਕਾਲ ਹੈ ਸਾਡਾ ਸਤਿਗੁਰੂ, ਇੱਕ ਕਾਲ ਹੈ ਜੋ ਡੈਥ ਦਾ ਇੰਚਾਰਜ ਹੈ, ਜੋ ਧਰਮਰਾਜ ਦੇ ਅੰਡਰ ਹੈ। ਔਰ ਉਹ ਜਾਂਦਾ ਜਿੰਦਾਂ ਕੱਢਣ ਸਾਰੀ ਇਸ ਧਰਤੀ 'ਤੇ ਆਉਂਦਾ ਹੈ। ਜਿਹਦੇ ਸਵਾਸ ਪੂਰੇ ਹੋ ਜਾਂਦੇ ਉਹਦੀ ਅੰਦਰੋਂ ਜਿੰਦ ਨਮਾਣੀ ਕੱਢ ਸੂ, ਹੱਡਾਂ ਕੋ ਕੁੜਕਾਏ, ਉਹ ਬੜਾ ਮੁਸ਼ਕਲ ਟਾਈਮ ਹੁੰਦਾ। ਔਰ ਜਮਕਾਲ ਦੀ ਐਸੀ ਭਿਆਨਕ ਸ਼ਕਲ ਹੈ ਵੀ ਜਿਹੜਾ ਕੋਈ ਦੇਖ ਲੇ ਉਹਦਾ ਤਬਕ ਨਿਕਲ ਜਾਂਦਾ ਹੈ। ਲੇਕਿਨ ਮਹਾਰਾਜ ਕਹਿੰਦੇ ਜਿਹੜਾ ਬੰਦਾ ਇਸ ਸਤਿਗੁਰ ਨੂੰ ਅੰਦਰ ਖੜਾ ਕਰ ਲੈਂਦਾ ਹੈ ਉਹਨੂੰ ਉਹ ਮੂੰਹ ਹੀ ਨਹੀਂ ਦਿਖਾਲਦਾ। ਜੋਹੇ ਨਾ ਸਕੇ ਦਾ ਮਤਲਬ ਹੈ ਮੂੰਹ ਨਹੀਂ ਦਿਖਾਲ ਸਕਦਾ। ਐਡੀ ਕਨਸੈਸ਼ਨ ਹੈ ਅਭਿਆਸੀ ਨੂੰ, ਜਿਹਦੇ ਅੰਦਰ ਉਹ ਸਤਿਗੁਰੂ ਹੈ, ਉਹ ਬਾਹਰ ਹੀ ਰਹਿੰਦਾ, ਕਿਤੇ ਅਭਿਆਸੀ ਡਰ ਨਾ ਜਾਏ, ਉਹਨੂੰ ਮੂੰਹ ਨਹੀਂ ਦਿਖਾਲ ਸਕਦਾ। ਅਸੀਂ ਇੱਕ ਬਾਣੀ ਦਿੰਦੇ ਅੱਜ ਜੋ ਸੱਚ ਹੈ ਵਰਤ ਰਹੀ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੂਣਾ ਤੂੰ ਨਾ ਛੁਟੇ ਨਿਕਟੇ ਨਾ ਜਾਈਓ ਦੂਤ। ਧਰਮਰਾਜ ਜਿਸ ਵੇਲੇ ਭੇਜਦਾ ਆਪਣੇ ਜਮਾਂ ਦੀ ਬਰਗੇਡਾਂ ਨੂੰ, ਸਭ ਉਸ ਜਮਕਾਲ ਇੰਚਾਰਜ ਨੂੰ ਕਹਿੰਦਾ ਕਿਸੇ ਇਹੋ ਜਿਹੇ ਬੰਦੇ ਦੇ ਲਾਗੇ ਵੀ ਨਾ ਚਲੇ ਜਾਇਓ ਜਿਹਦੇ ਅੰਦਰ ਉਹ ਸਾਧੂ ਪ੍ਰਗਟ ਹੋ ਗਿਆ। ਸਾਧੂ ਸਤਿਗੁਰੂ ਹੀ ਹੈ ਸਾਡਾ, ਜਿਹਦੇ ਅੰਦਰ ਉਹ ਸਤਿਗੁਰੂ ਸਾਧੂ ਪ੍ਰਗਟ ਹੋ ਗਿਆ ਹੈ ਅੰਦਰ, ਔਰ ਉਹਦਾ ਅੰਦਰ ਅਖੰਡ ਕੀਰਤਨ ਚੱਲ ਪਿਆ ਅੰਦਰਲੇ ਬੰਨੇ, ਔਰ ਉਹ ਭਜਨ ਕਰ ਰਿਹਾ। ਜੇ ਉਹ ਡਿਸਟਰਬ ਹੋ ਗਿਆ, ਨਾ ਤੁਸੀਂ ਬੱਧੇ ਛੁੱਟਣਾ ਨਾ ਮੈਂ ਛੁੱਟਣਾ, ਕਿਉਂਕਿ ਮੈਂ ਵੀ ਰੱਬ ਦਾ ਨੌਕਰ ਹਾਂ। ਮੇਰੀ ਵੀ ਐਕਸਪਲੇਨੇਸ਼ਨ ਕਾਲ ਹੋ ਜਾਣੀ ਹੈ। ਧਰਮ ਨਾ ਹੂੰ ਨਾ ਤੂੰ ਨਾ ਛੁੱਟੇ ਨਿਕਟੇ ਨਾ ਜਾਈਓ ਦੂਤ। ਉਹਨੂੰ ਉਹ ਮੂੰਹ ਨਹੀਂ ਇਸੇ ਕਰਕੇ ਉਸ ਘਰ ਦੇ ਲਾਗੇ, ਉਸ ਆਲੇ ਦੁਆਲੇ, ਉਸ ਬੰਦੇ ਦੇ ਲਾਗੇ ਨਹੀਂ ਆਉਂਦੇ ਜਿਹਦੇ ਅੰਦਰ ਅੰਦਰਲਾ ਬਾਹਰਲਾ ਸਾਧੂ ਨਹੀਂ, ਬਾਹਰਲਾ ਕੀਰਤਨ ਨਹੀਂ ਵੀ ਉਹ ਹੋ ਰਿਹਾ। ਉਹਨੂੰ ਗੋਲੇ ਚੱਲੇ, ਲੋਥਾਂ ਦੀਆਂ ਲੋਥਾਂ ਅੰਮ੍ਰਿਤਸਰ ਸਰੋਵਰ 'ਚ ਲੱਥ ਗਈਆਂ। ਉਹ ਚੰਗਾ ਕੰਮ ਹੈ, ਲੇਕਿਨ ਬਾਣੀ ਇਸ ਲਈ ਨਹੀਂ ਹੈ ਵੀ ਤੁਸੀਂ ਕੀਰਤਨ ਕਰ ਰਹੇ ਹੋ ਅਤੇ ਤੁਹਾਨੂੰ ਮੌਤ ਨਹੀਂ ਪੈ ਸਕਦੀ। ਇਹ ਅੰਦਰਲਾ ਅਖੰਡ, ਉਹਦੇ ਅੰਦਰ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਉਠੋ, ਅੰਦਰਲਾ ਕੀਰਤਨ ਹੈ। ਹਰ ਹਰ ਨਾਮ ਦਿਓ ਕੀਰਤਨ ਕੋ ਭਾਈ ਹਮਾਰੀ ਗਾਤ, ਮਾਸੇ ਨਾ ਟੋਲਿਆਂ ਚਣ ਕੇ ਭੁੱਲ ਜਾਈਏ ਵੀ ਅਸੀਂ ਬਚ ਜਾਵਾਂਗੇ। ਨਹੀਂ, ਬਚੋਗੇ ਉਦੋਂ ਜਦੋਂ ਉਹ ਜਮਕਾਲ ਤੁਹਾਨੂੰ ਮੂੰਹ ਨਹੀਂ ਦਿਖਾ ਸਕਦਾ, ਨਾ ਤੁਸੀਂ ਗਰਭ ਦੀ ਜੂਨ 'ਚ ਸਾ ਸਕਦੇ। ਅਖੀਰਲੀ ਪੌੜੀ ਲਾਈ ਵੀ ਜਿਹੜਾ ਇਹੋ ਜਿਹਾ ਸਤਿਗੁਰ ਅੰਦਰ ਖੜਾ ਕਰ ਲੈਂਦਾ, ਕਿਉਂਕਿ ਉਹਦੇ ਸਰੀਰ 'ਚ ਲੋਹ ਹੁੰਦੀ ਹੈ, ਅੰਦਰ ਜੋਤ ਦਾ ਪ੍ਰਗਟਾਵਾ ਹੁੰਦਾ।
ਅੰਦਰ ਸਾਰੇ ਲੋ ਜਮਕਾ ਦੂਰੋਂ ਦੇਖ ਕੇ ਉਹ ਬੰਦਾ ਤੇ ਉਹਦੇ ਲਾਗੇ ਨਹੀਂ ਜਾਣਾ ਹੁਕਮ ਹੈ। ਇਸ ਕਰਕੇ ਜੈ ਸਾਧੂ ਗੋਬਿੰਦ ਸਾਧੂ ਸਤਿਗੁਰੂ ਪ੍ਰਗਟ ਆ ਗਿਆ ਅੰਦਰ। ਉੱਦਾਂ ਹੀ ਲਿਖੀ ਹੈ ਸੰਗ ਸਤਿਗੁਰ ਅੰਮ੍ਰਿਤ ਬਿਰਖ ਹੈ ਅੰਮ੍ਰਿਤ ਰਸ ਫਲਿਆ ਜਿਸ ਪ੍ਰਾਪਤ ਸੋ ਫੜੇ ਲਹੇ ਮੈਨੇ ਫੜਿਆ ਲਹੇ ਅੰਮ੍ਰਿਤ ਰਸ ਫਲਿਆ ਜਿਸ ਪ੍ਰਾਪ ਸੋ ਲਹੈ ਪਰ ਗੁਰ ਸ਼ਬਦ ਹੈ ਗੁਰਮੰਤਰ ਬਚਨ ਜੋ ਸਾਨੂੰ ਜਪਣ ਲਈ ਮਿਲਦਾ ਹੈ। ਇਸ ਕਰਕੇ ਉਹਦੇ ਜਿਸ ਕੋਲ ਉਹ ਹੈ ਸਤਿਗੁਰ ਕੇ ਭਾਣੇ ਫਿਰ ਸਤਿਗੁਰ ਨੂੰ ਜੋ ਚੀਜ਼ ਪਾਉਂਦੀ ਹੈ ਉਸ ਨੂੰ ਉਹ ਹੈ ਸਤਿਗੁਰ ਦੀ ਬਾਣੀ ਹੀ ਸਾਰਾ ਭਾਣਾ ਹੈ। ਜੋ ਬਾਣੀ ਦੇ ਰਾਸਤੇ 'ਤੇ ਚੱਲਦਾ ਹੈ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਏ। ਸਤਿਗੁਰ ਕੀ ਰੀਸੇ ਜੋ ਹੋਰ ਕੱਚ ਪਿੱਚ ਬੋਲਦੇ ਸੇ ਕੁੜਿਆਰ ਕੂੜੇ ਝੜ ਪੜੀਏ। ਸਤਿਗੁਰ ਦਾ ਭਾਣਾ ਮੰਨਣ ਕੀ ਹੈ ਕਿ ਜੋ ਬਾਣੀ ਦੇ ਰਾਸਤੇ 'ਤੇ ਚੱਲਦਾ ਹੈ ਤੇ ਸਤਿਗੁਰ ਕੇ ਭਾਣੇ ਜੋ ਚੱਲੈ ਗੁਰ ਕੈ ਭਾਣੇ ਜੋ ਚੱਲੈ ਹਰ ਸੇਤੀ ਰਲਿਆ ਸਤਿਗੁਰ ਕੈ ਭਾਣੇ ਜੋ ਚੱਲੈ ਹਰ ਸੇਤੀ ਰਲਿਆ ਜਮ ਕਾਲ ਜੋਹਿ ਨਾ ਸਕਈ ਘਟੇ ਚਾਨਣ ਬਲਿਆ। ਅੰਦਰ ਉਹਦੇ ਲੋਹ ਹੀ ਲੋਹ ਚਾਨਣੀ ਹੋ ਰਿਹਾ ਜੋਤ ਹੀ ਜੋਤ ਪ੍ਰਕਾਸ਼ ਐਸਾ ਸਰੀਰ ਉਹਦਾ ਦੂਰੋਂ ਦੇਖ ਕੇ ਭੱਜ ਜਾਂਦੇ। ਘੱਟ ਚਾਨਣ ਘੱਟ ਫੇਰ ਆ ਗਈ ਘੱਟ ਸਰੀਰ ਬੌਡੀ ਘਰ ਇਹ ਸਾਡੇ ਅੰਦਰ ਸਭ ਕੁਝ ਹੋਣਾ